This is a Red FM Vancouver podcast. Make sure you hit subscribe for more great content. For further info, log on to redfm.ca. ਰੂਪੀ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰੂਪੀ, ਅਸੀਂ ਅੱਜ ਗੱਲ ਕਰ ਰਹੇ ਹਾਂ ਚਿਲਡਰਨ ਐਂਡ ਮੈਰਿਜਸ ਦੀ। ਯੈਸ ਜੀ, ਮੈਂ ਨਾ ਇੱਕ ਬੁੱਕ ਪੜ੍ਹੀ ਸੀ ਰੂਪੀ, ਮੈਂ ਉਹਦੇ ਤੋਂ ਥੋੜਾ ਜਿਹਾ ਸ਼ੁਰੂਆਤ ਕਰਨਾ ਚਾਹੁੰਦੀ ਹਾਂ। ਬੁੱਕ ਸੀਗੀ ਮੈਰਿਟਲ ਕੌਨਫਲਿਕਟ ਐਂਡ ਚਿਲਡਰਨ। ਰਾਈਟ। ਉਹਦੇ 'ਚ ਇਹ ਲਿਖਿਆ ਸੀ, ਕਹਿੰਦੇ ਪੇਰੈਂਟਸ ਦੇ ਜਿਹੜੇ ਡਿਸਟਰਕਟਿਵ ਟੈਕਟਿਕਸ ਹੁੰਦੇ ਆ ਨਾ, ਉਹ ਬੱਚੇ ਨੂੰ ਬਹੁਤ ਹੱਦ ਤੱਕ ਹਾਰਮ ਕਰ ਸਕਦੇ ਨੇ। ਚਾਹੇ ਉਹਦੇ 'ਚ ਅਸੀਂ ਵਰਬਲ ਤੇ ਫਿਜ਼ੀਕਲ ਐਗਰੈਸ਼ਨ ਦੀ ਗੱਲ ਕਰ ਲਈਏ, ਚਾਹੇ ਉਹਦੇ 'ਚ ਅਸੀਂ ਹਿੱਟਿੰਗ ਐਂਡ ਪੁਸ਼ਿੰਗ ਦੀ ਗੱਲ ਕਰ ਲਈਏ। ਕਹਿੰਦੇ ਬੱਚਿਆਂ ਦੇ ਦਿਲੋਂ ਦਿਮਾਗ 'ਤੇ ਉਹ ਇੱਕ ਛਾਪ ਛੱਡ ਜਾਂਦੇ ਨੇ। ਔਰ ਬੱਚੇ ਜਿਹੜੇ ਨੇ ਕਈ ਵਾਰੀ ਛੋਟੇ ਹੋਣ ਕਰਕੇ ਐਕਸਪ੍ਰੈਸ ਨਹੀਂ ਕਰ ਸਕਦੇ, ਲੇਕਿਨ ਸਲੀਪ ਡਿਸਟਰਬੈਂਸ ਉਹਨਾਂ ਨੂੰ ਹੋਣ ਲੱਗ ਜਾਂਦੀ ਹੈ। ਉਹ ਕੰਸਨਟਰੇਟ ਨਹੀਂ ਕਰ ਪਾਉਂਦੇ, ਕਈ ਵਾਰੀ ਪੇਟ ਦਰਦ, ਸਿਰ ਦਰਦ ਦੀ ਸ਼ਿਕਾਇਤ ਹੀ ਸ਼ੁਰੂ ਕਰ ਦਿੰਦੇ ਨੇ। ਔਰ ਫਿਜ਼ੀਕਲ, ਸੋਸ਼ਲ ਤੇ ਇਮੋਸ਼ਨਲ ਪ੍ਰੋਬਲਮਸ ਵੀ ਹੋ ਜਾਂਦੀਆਂ। ਬੜੀ ਵਾਰੀ ਇਹ ਕਹਿ ਦਿੱਤਾ ਜਾਂਦਾ ਹੈ ਜਦੋਂ ਹਸਬੈਂਡ ਵਾਈਫ ਦੇ ਵਿੱਚ ਨਹੀਂ ਬਣ ਰਹੀ ਹੁੰਦੀ, ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਸਾਡੇ ਵੱਡਿਆਂ ਵੱਲੋਂ, ਬਈ ਬੱਚਾ ਪੈਦਾ ਕਰ ਲਓ, ਸਾਰਾ ਕੁਝ ਠੀਕ ਹੋ ਜਾਊਗਾ। ਸੋ ਇਹ ਗੱਲ ਪਹਿਲਾਂ ਦੱਸੋ ਕਿ ਕਿੰਨੀ ਕੁ ਸਹੀ ਹੈ। ਬਿਲਕੁਲ ਗਲਤ ਗੱਲ ਆ, ਕਿਉਂਕਿ ਪਹਿਲਾਂ ਵੀ ਇਹ ਹੁੰਦਾ ਆ ਕਿ ਜੇ ਮੁੰਡਾ ਘਰ ਤੋਂ ਬਾਹਰ ਜ਼ਿਆਦਾ ਰਹਿੰਦਾ ਜਾਂ ਉਹ ਨਸ਼ਾ ਵਗੈਰਾ ਕਰਦਾ ਤਾਂ ਉਹਨੂੰ ਕਹਿ ਦਿੰਦੇ ਆ ਇਹਦੇ ਨੱਥ ਪਾ ਦੋ। ਮਤਲਬ ਕਹਿਣ ਦਾ ਨੱਥ ਪਾ ਦੋ ਕਿ ਇਹਦਾ ਵਿਆਹ ਕਰ ਦੋ ਜੀ। ਉਹ ਫਿਰ ਉਹ ਵੀ ਇੱਕ ਪਾਸਿੰਗ ਬਕ ਆ, ਕਿਉਂਕਿ ਜਿਹੜੇ ਪੇਰੈਂਟਸ ਨੇ ਉਹ ਆਪਦੀ ਰਿਸਪੋਂਸਿਬਿਲਿਟੀ ਇੱਕ ਕੁੜੀ ਦੇ ਕਾਲ ਦੇ ਵਿੱਚ ਮੜ ਦਿੰਦੇ ਆ। that let her deal with it ਜੀ, ਰਾਈਟ। ਕਿਉਂਕਿ ਬਲੇਮਿੰਗ ਜਿਹੜੀ ਸਾਡੇ ਕਲਚਰ ਦੇ ਵਿੱਚ ਆ ਉਹ ਬਹੁਤ ਜ਼ਿਆਦਾ ਈਜ਼ੀ ਆ। ਜਦੋਂ ਅਸੀਂ ਆਪਣੀ ਰਿਸਪੋਂਸਿਬਿਲਿਟੀ ਨਹੀਂ ਲੈਣੀ ਚਾਹੁੰਦੇ, we pass the buck to other person। ਯੈਸ। ਤੇ ਹੁਣ ਜਦੋਂ ਦੋਨਾਂ ਹਸਬੈਂਡ ਵਾਈਫ ਦੀ ਆਪਸ ਦੇ ਵਿੱਚ ਨਹੀਂ ਬਣਦੀ, ਪਹਿਲਾਂ ਤਾਂ ਇਹਦਾ ਕਾਰਨ ਕੀ ਆ, ਕਿਉਂ ਨਹੀਂ ਬਣਦੀ? ਇਹਦੇ ਬਹੁਤ ਜ਼ਿਆਦਾ ਕਾਰਨ ਨੇ। ਇੱਕ ਤਾਂ ਵਿਆਹ ਜਿਹੜੀ ਆ ਉਹ ਤੁਹਾਡੀ ਆਪਣੀ ਮਰਜ਼ੀ ਨਾਲ ਨਹੀਂ ਹੋਇਆ, ਨੰਬਰ 1। ਜੇ ਅੱਜ ਕੱਲ ਕਹਿ ਦਈਏ ਵੀ ਹਾਲਾਤ ਚੇਂਜ ਹੋ ਗਏ, ਮੈਰਿਜ ਜਿਹੜੀ ਆ ਉਹ ਹੋ ਰਹੀ ਆ ਤੁਹਾਡੀ ਚੋਇਸ ਦੇ ਮੁਤਾਬਕ, ਉਹ ਜਿਹੜੀ ਏਜ ਦੇ ਵਿੱਚ ਅਸੀਂ ਹੁੰਨੇ ਆ, ਉਸ ਏਜ ਦੇ ਵਿੱਚ ਇੱਕ ਬਾਹਰਲੀ ਸੁੰਦਰਤਾ ਤੇ ਅਟਰੈਕਸ਼ਨ ਜਾਂ ਲਸਟ ਤੋਂ ਬਿਨਾਂ ਉਹਦੇ ਵਿੱਚ ਹੋਰ ਕੁਛ ਨਹੀਂ ਹੁੰਦਾ ਜੀ। ਕਿਉਂਕਿ ਜੇ ਉਹਦੇ ਵਿੱਚ ਕਮਿਊਨੀਕੇਸ਼ਨ ਜ਼ੀਰੋ ਹੁੰਦੀ ਆ, ਗੱਲਾਂ ਨਹੀਂ ਕੀਤੀਆਂ ਜਾਂਦੀਆਂ, ਚੋਇਸਿਸ ਨਹੀਂ ਇੱਕ ਦੂਜੇ ਦੀ। ਉੱਥੇ ਵਿਆਹ ਤੋਂ ਪਹਿਲਾਂ ਤਾਂ ਸਾਰਾ ਕੁਛ ਹੁੰਦਾ ਵੀ ਠੀਕ 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 ਠੀਕ, ਰਾਈਟ। ਕਿਉਂਕਿ ਉਹ ਇੱਕ ਹਾਲਾਤ, ਉਹ ਟਾਈਮ ਐਸਾ ਹੁੰਦਾ ਜ਼ਿੰਦਗੀ ਦਾ ਤੇ ਸਾਡੀ ਉਮਰ ਦਾ ਉਹ ਇੱਕ ਪੜਾਅ ਹੁੰਦਾ ਜਿਹਦੇ ਵਿੱਚ ਦੀ ਸਭ ਕੁਛ ਖੂਬਸੂਰਤ ਲੱਗਦਾ। ਜਿੱਥੇ ਕਮਿਟਮੈਂਟ ਜਿਹੜੀ ਆ, ਉਹ ਕਮਿਟਮੈਂਟ ਕਰਨ ਦੀ ਖਾਤਰ ਉੱਥੇ ਬਹੁਤ ਕੁਛ ਹੁੰਦਾ। ਉੱਥੇ ਲੜਾਈਆਂ ਵੀ ਹੁੰਦੀਆਂ, ਉੱਥੇ ਮਾਂ ਬਾਪ ਨੂੰ ਵੀ ਛੱਡਿਆ ਜਾਂਦਾ, ਉੱਥੇ ਕਈ ਵਾਰੀ ਭੱਜ ਕੇ ਮੈਰਿਜ ਕਰਵਾਈ ਜਾਂਦੀ ਆ, ਜਾਂ ਉੱਥੇ ਪੇਰੈਂਟਸ ਦੀ ਮਰਜ਼ੀ ਤੋਂ ਖਿਲਾਫ ਮੈਰਿਜ ਹੁੰਦੀ ਆ। ਬਹੁਤ ਕੁਛ ਹੁੰਦਾ ਆ। ਜਦੋਂ ਤੁਸੀਂ ਇਹ ਸਾਰਾ ਕੁਛ ਇਕੱਠਾ ਕਰਦੇ ਹੋ, ਫਿਰ ਤੁਸੀਂ ਇੱਕ ਜੋੜੇ ਦੇ ਉੱਤੇ ਲਿਆ ਕੇ, I'm not journalize everybody, I'm not saying all the ਜਿਹੜੇ ਸਾਡੇ ਬਹੁਤ ਵਧੀਆ ਲੋਕ ਨੇ ਜਿਹੜੇ ਵਿਆਹੇ ਹੋਏ ਨੇ, ਜਿਹੜੇ ਪੇਰੈਂਟਸ ਨੇ, ਰਾਈਟ। We are not talking about everybody, we're talking about mostly this is the circumstances ਜਦੋਂ ਦੋਨਾਂ ਜਾਣਿਆਂ ਦੀ ਆਪਸ ਚ ਬਣਦੀ ਨੇ ਜੀ। ਹੁਣ ਕਈ ਵਾਰੀ ਮੇਰੀ ਪ੍ਰੈਕਟਿਸ ਦੇ ਵਿੱਚ ਇਹ ਆਇਆ ਕਿ ਕਈ ਵਾਰੀ ਉਹ ਇੰਨੇ ਯੰਗ ਹੁੰਦੇ ਆ, ਹਾਲੇ ਉਹਨਾਂ ਨੂੰ ਆਪਦੇ ਇਮੋਸ਼ਨਸ ਨਹੀਂ ਪਤਾ ਹੁੰਦਾ ਹੈਗਾ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਉਹਦੇ ਨਾਲ ਡੀਲ ਕਰਨਾ ਆ, ਤਾਂ ਉਹਨਾਂ ਦੀ ਮੈਰਿਜ ਹੋ ਜਾਂਦੀ ਆ ਕਿ ਯੰਗ ਏਜ ਹੁੰਦੀ ਹੈ, ਰਾਈਟ ਜੀ। ਉਹਦੇ ਵਿੱਚ ਕੀ ਹੁੰਦਾ, ਜਦੋਂ ਉਹ ਆਪਣੇ ਪੇਰੈਂਟਸ ਦੀ ਕੋਈ ਵੀ ਗੱਲ ਹੁੰਦੀ ਆ, ਉਹਦੇ ਪਿੱਛੇ ਉਹਨਾਂ ਦੀ ਲੜਾਈ ਹੋ ਜਾਂਦੀ ਆ ਜੀ। ਐਕਸਕਿਊਜ਼ ਮੀ। ਉਹਦੇ ਪਿੱਛੇ ਜਦੋਂ ਲੜਾਈ ਹੁੰਦੀ ਆ, ਉਹ ਹੁੰਦਾ ਵੀ ਤੇਰੇ ਮਾਂ ਬਾਪ, ਮੇਰੇ ਮਾਂ ਬਾਪ। ਉੱਥੇ ਇਹ ਨਹੀਂ ਹੁੰਦਾ ਹੈਗਾ ਵੀ ਆਪਣੇ ਮਾਂ ਬਾਪ, ਕਿਉਂਕਿ ਏਜ ਇੰਨੀ ਯੰਗ ਹੁੰਦੀ ਆ, ਉਹਦੇ ਵਿੱਚ ਉਹਨਾਂ ਨੂੰ ਇਹ ਗੱਲਾਂ ਨਹੀਂ ਪਤਾ ਹੁੰਦੀਆਂ ਵੀ ਅਸੀਂ ਕੀ ਕਰਨਾ ਆ ਜੀ। ਤੇ ਉਸ ਤੋਂ ਬਾਅਦ ਜਦੋਂ ਪੇਰੈਂਟਸ ਇਹਨਾਂ ਲੜਾਈਆਂ ਦੇ ਬੇਸ ਤੇ ਉਹ ਦੇਖਦੇ ਆ ਵੀ ਇਹ ਤਾਂ ਜਵਾਕਾਂ ਵਾਂਗੂ ਲੜੀ ਜਾਂਦੇ, ਉਹਨਾਂ ਨੂੰ ਇਹ ਹੁੰਦਾ ਵੀ ਇੱਕ ਜਵਾਕ ਜ਼ਿੰਦਗੀ ਦੇ ਵਿੱਚ ਆ ਜਾਊ
ਤਾਂ ਇਹ ਆਪਣੀ ਲੜਾਈ ਭੁੱਲ ਕੇ ਉਹ ਜਵਾਕ ਨੂੰ ਪਾਲਣ ਦੇ ਵਿੱਚ ਲੱਗ ਜਾਣਗੇ। ਸੋ ਆਈ ਥਿੰਕ ਰੂਪੀ ਫਿਰ ਤਾਂ ਇਹ ਹੋਰ ਵੀ ਜ਼ਿਆਦਾ, ਜਿਸ ਤਰ੍ਹਾਂ ਤੁਸੀਂ ਐਕਸਪਲੇਨ ਕੀਤਾ, ਵੈਰੀ ਵੈਲ ਐਕਸਪਲੇਨਡ, ਕਿ ਜਦੋਂ ਉਹ ਆਪ ਹੀ ਜਵਾਕ ਨੇ ਤੇ ਉਹਨਾਂ ਨੂੰ ਇਹ ਰਾਏ ਦੇ ਦਿੱਤੀ ਜਾਣੀ ਵੀ ਤੁਸੀਂ ਇੱਕ ਜਵਾਕ ਕਰ ਲਓ, ਹੁਣ ਸਾਰਾ ਕੁਝ ਠੀਕ ਹੋ ਜੂ, ਇਹ ਤਾਂ ਟੋਟਲੀ ਰੋਂਗ ਹੈ। ਫਿਰ ਬਿਲਕੁਲ ਰੋਂਗ ਆ। ਤੁਸੀਂ ਇਹ ਦੇਖੋ ਵੀ ਮੈਂ ਪਰਸਨਲੀ ਐਕਸਪੀਰੀਅੰਸ ਕੀਤਾ ਵੀ ਉਹ ਪੇਰੈਂਟਸ ਦੀਆਂ ਜਿਹੜੇ ਗਿਫਟ ਦਿੱਤੇ ਹੋਇਆ, ਤੇਰੀ ਮਾਂ ਦਾ ਦਿੱਤਾ ਇਹ ਮੈਂ ਨਹੀਂ ਵਰਤਣਾ, ਤੇਰੇ ਮਾਂ ਬਾਪ ਦਾ ਦਿੱਤਾ ਇਹ ਮੈਂ ਨਹੀਂ ਵਰਤਣਾ, ਉਹ ਕਲਾਸਾਂ ਦੇ ਵਿੱਚ ਪਏ ਨੇ ਉਹ ਗਿਫਟ ਜੀ। ਜਦੋਂ ਮੇਰੇ ਵਰਗਾ ਇਨਸਾਨ ਉੱਥੇ ਜਾਂਦਾ, ਉਹ ਕਹਿੰਦਾ ਵੀ ਤੁਹਾਨੂੰ ਦੋਹਾਂ ਨੂੰ ਸ਼ਰਮ ਦਾ ਹੈ ਘਾਟਾ ਵੀ ਤੁਹਾਡੇ ਜਿਹੜਾ ਬੱਚਾ ਹੋਇਆ ਉਹ ਦੋਨੇ ਪੇਰੈਂਟਸ ਦਾ ਗ੍ਰੈਂਡ ਚਾਈਲਡ ਆ। ਯੈਸ, ਉਹਦੀਆਂ ਖੁਸ਼ੀਆਂ ਦੀ ਖਾਤਰ ਉਹਨਾਂ ਨੇ ਗਿਫਟਾਂ ਦਿੱਤੀਆਂ ਨੇ। ਤੁਸੀਂ ਉਸ ਜਿਹੜੇ ਉਹਨਾਂ ਦੇ ਚਾਲ ਆੜ ਨੇ ਉਹਨਾਂ ਨੂੰ ਤਾਂ ਤੁਹਾਡੀ ਕੋਈ ਮਤਲਬ ਨਹੀਂ, ਤੁਹਾਨੂੰ ਆਪਦੀ ਈਗੋ ਇੱਕ ਦੂਜੇ ਨਾਲ ਕਲੈਸ਼ ਕਰੀ ਜਾਂਦੇ ਹੋ। ਕੀ ਪਾਪ ਕੀਤਾ ਉਹਨਾਂ ਦੋਹਾਂ ਮਾਂ ਬਾਪ ਨੇ ਜੀ, ਰਾਈਟ। ਸੋ ਜਦੋਂ ਮੈਂ ਇਸ ਐਂਗਲ ਤੋਂ ਗੱਲ ਕੀਤੀ, ਫਿਰ ਉਹ ਦੇਖ ਰਹੇ ਨੇ ਮੇਰੇ ਐਂਗਲ ਤੋਂ ਵੀ ਮੈਂ ਇਹ ਕੀ ਕਹਿੰਦੀ ਆ। ਜਦੋਂ ਉਹ ਗੱਲ ਘਰ ਦੇ ਨਾਲ ਤਾਂ ਕਿਸੇ ਨੇ ਕਰਨੀ ਨਹੀਂ ਜੀ, ਨਾ ਕਿਸੇ ਨੇ ਸਮਝਾਉਣ ਤੱਕ ਉੱਥੇ ਤੱਕ ਆਉਂਦੀ ਹੈ, ਕਿਉਂਕਿ ਨਾ ਕੁੜੀ ਸੁਣਨਾ ਚਾਹੁੰਦੀ ਹੈ ਮੁੰਡੇ ਵਾਲਿਆਂ ਤੋਂ, ਨਾ ਮੁੰਡਾ ਸੁਣਨਾ ਚਾਹੁੰਦਾ ਕੁੜੀ ਵਾਲਿਆਂ ਤੋਂ, ਰਾਈਟ। ਤੇ ਉੱਥੇ ਕੌਣ ਸਮਝਾਵੇ ਉਹਨਾਂ ਨੂੰ ਜੀ। ਸੋ ਅੰਡਰ ਦੋਜ਼ ਸਰਕਮਸਟੈਂਸਿਸ ਜਿਹੜੇ ਬੱਚੇ ਨੇ ਉਹ ਜਦੋਂ ਦੇਖਦੇ ਆ, ਤੁਸੀਂ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਬਿਲਕੁਲ ਠੀਕ ਨੇ, ਪਰ ਇਹਦੇ ਵਿੱਚ ਇੱਕ ਸਾਇਲੈਂਟ ਟਰੀਟਮੈਂਟ ਵੀ ਆ। ਜਦੋਂ ਤੁਸੀਂ ਬਿਲਕੁਲ ਗੱਲ ਨਹੀਂ ਕਰਦੇ ਤਾਂ ਜਿਹੜੇ ਤੁਹਾਡੇ ਘਰ ਦੀ ਹਵਾ ਆ ਨਾ ਉਹਦੇ ਵਿੱਚ ਸਾਹ ਨਹੀਂ ਲੈ ਹੁੰਦਾ, ਕਿਉਂਕਿ ਇੰਨੀ ਥਿੱਕ ਹੋ ਜਾਂਦੀ ਆ ਤੇ ਬੱਚਿਆਂ ਨੂੰ ਐਂਜ਼ਾਈਟੀ ਹੁੰਦੀ ਆ ਉਹਦੇ ਨਾਲ। ਬਿਲਕੁਲ, ਮੈਰਿਜਸ ਦੇ ਵਿੱਚ ਜਿਹੜੀ ਫਾਈਟਸ ਹੈ, ਹਸਬੈਂਡ ਵਾਈਫ ਦੀਆਂ ਫਾਈਟਸ, ਉਹ ਬੱਚਿਆਂ ਨੂੰ ਕਿੰਨਾ ਕੁ ਪ੍ਰਭਾਵਿਤ ਕਰ ਸਕਦੀਆਂ ਨੇ। ਰੂਪੀ, ਇੱਕ ਐਨੋਨਿਮਸ ਕਾਲਰ ਸਾਡੇ ਨਾਲ ਨੇ, ਇਹਨਾਂ ਦੀ ਆਪਾਂ ਪਹਿਲਾਂ ਗੱਲ ਸੁਣਦੇ ਹਾਂ ਜੀ। ਐਨੋਨਿਮਸ ਕਾਲਰ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਗੱਲ ਸ਼ੇਅਰ ਕਰਨੀ ਚਾਹੁੰਦਾ ਕਿ ਜਿੱਦਾਂ ਮੈਡਮ ਨੂੰ ਗੱਲ ਕਰ ਰਹੇ ਆ ਕਿ ਆਪਣੇ ਜਦੋਂ ਤੁਹਾਡੇ ਪੇਰੈਂਟਸ ਦੀ ਲੜਾਈ ਹੁੰਦੀ ਉਹਦਾ ਬੱਚਿਆਂ ਤੇ ਕੀ ਇਫੈਕਟ ਪੈਂਦਾ ਆ, ਤੇ ਮੈਂ ਆਪਣੇ ਮੇਰੇ ਮੰਮੀ ਡੈਡੀ ਜਿੱਦਾਂ ਹੈਗੇ ਆ, ਤੇ ਮੈਂ ਛੋਟਾ ਹੁੰਦਾ ਸੀ ਜਦੋਂ ਲੜਦੇ ਹੁੰਦੇ ਸੀਗੇ, ਤੇ ਮੇਰੇ ਡੈਡੀ ਨੇ ਜਦੋਂ ਸ਼ਰਾਬ ਪੀ ਲੈਣੀ ਤਾਂ ਮੇਰੀ ਮੰਮੀ ਨੂੰ ਕੁੱਟਣਾ ਮਾਰਨਾ ਨਾ, ਉਸ ਚੀਜ਼ ਦਾ ਮੇਰੇ ਉੱਪਰ ਇੰਨਾ ਕੁ ਇੰਪੈਕਟ ਪਿਆ ਕਿ ਮੈਂ ਅੱਜ 32 ਸਾਲ ਦਾ ਹੋ ਗਿਆ ਤੇ ਮੇਰੇ ਦਿਮਾਗ 'ਚ ਉਹ ਚੀਜ਼ ਬੈਠੀ ਹੋਈ ਆ ਵੀ ਸ਼ਰਾਬ ਪਤਾ ਨਹੀਂ ਕਿੱਡੀ ਗਲਤ ਚੀਜ਼ ਆ, ਵੀ ਇਹਨੂੰ ਪੀ ਕੇ ਬੰਦਾ ਪਤਾ ਨਹੀਂ ਕੀ ਬਣ ਜਾਂਦਾ ਆ, ਤੇ ਮੈਂ ਅੱਜ ਤੱਕ ਸ਼ਰਾਬ ਨੂੰ ਹੱਥ ਨਹੀਂ ਲਾਇਆ। ਉਸ ਚੀਜ਼ ਤੋਂ ਡਰਦੇ ਨੇ ਮੇਰੇ ਦਿਮਾਗ 'ਚ ਇੱਕ ਚੀਜ਼ ਬੈਠੀ ਵੀ ਜੇ ਮੈਂ ਪੀ ਲਈ ਮੈਂ ਵੀ ਇੱਦਾਂ ਦਾ ਹੋ ਜਾਣਾ। ਓਕੇ, ਮੈਂ ਬਹੁਤ ਟੌਰਚਰ ਜਿਹੜਾ ਸਹਿਆ ਆ ਉਹ ਚੀਜ਼ ਨੂੰ, ਤੇ ਮਤਲਬ ਮੈਂ ਬਿਆਨ ਨਹੀਂ ਕਰ ਸਕਦਾ। ਥੈਂਕ ਯੂ ਫॉर योर ਕਾਲ। ਆਈ ਥਿੰਕ ਰੂਪੀ, ਆਪਾਂ ਵੀ ਇਹੀ ਗੱਲ ਕਰ ਰਹੇ ਸੀ ਕਿ ਬੱਚਾ ਜਿਹੜਾ ਨਾ ਉਹ ਕਿਸੇ ਵੀ ਚੀਜ਼ ਨਾਲ ਪ੍ਰਭਾਵਿਤ ਹੋ ਕੇ ਫਿਰ ਜਿਵੇਂ ਇਹਨਾਂ ਨੇ ਆਪਣਾ ਸ਼ੇਅਰ ਕੀਤੀ ਹੈ ਕਿ ਟਰਾਮਾ ਕਿਸੇ ਵੀ ਚੀਜ਼ ਦਾ ਹੋ ਸਕਦਾ। ਪਰ I need to give him a credit because number one, to come to the air and confess something happened in the family. ਦੂਜੀ ਗੱਲ ਜਿਹੜਾ fear factor ਆ, ਉਹ fear ਤਾਂ ਅੰਦਰ ਬੈਠ ਗਿਆ ਨਾ। ਦੇਖੋ, ਮੈਂ ਇਹ ਨਹੀਂ ਕਹਿੰਦੀ ਵੀ ਸ਼ਰਾਬ ਕੋਈ ਬਹੁਤ ਵਧੀਆ ਚੀਜ਼ ਆ ਜੀ, ਰਾਈਟ। ਮੈਂ ਇਹ ਕਹਿੰਦੀ ਆ ਵੀ ਕੋਈ ਵੀ ਜਿਹੜਾ ਨਸ਼ਾ ਆ, ਜਦੋਂ ਕੋਈ ਇਨਸਾਨ ਉਹ ਕਰਦਾ ਆ, ਦੈਨ ਚਾਹੇ ਉਹ ਹਸਬੈਂਡ ਆ ਚਾਹੇ ਉਹ ਵਾਈਫ ਆ, ਜਦੋਂ ਤੁਸੀਂ ਦੂਜੇ ਆਪਦੇ ਪਾਰਟਨਰ ਦੇ ਉੱਤੇ ਉਹਨੂੰ ਇੰਪੋਜ਼ ਕਰਦੇ ਹੋ, that's where the problems ਹੁਣ ਇੰਪੋਜ਼ ਕਿਵੇਂ ਕਰਦੇ ਹੋ ਤੁਸੀਂ? ਪਹਿਲੀ ਗੱਲ ਤਾਂ you are expecting that your wife or your husband will accept ਵੀ ਮੈਂ ਤਾਂ ਡਰਿੰਕ ਕਰਨੀ ਆ, ਠੀਕ ਹੈ, ਮੰਨ ਲਿਆ, ਪਰ ਉਹਦੀ ਰਿਸਪੋਂਸਿਬਿਲਿਟੀ ਇਹ ਤਾਂ ਨਹੀਂ ਨਾ ਹੈਗੀ ਵੀ ਜਦੋਂ ਤੂੰ ਡਰਿੰਕ ਕਰ ਲਈ ਜਾਂ ਤੂੰ ਕੋਈ ਨਸ਼ਾ ਕਰ ਲਿਆ, ਬਈ ਜੋ ਕੁਛ ਤੂੰ ਉਹਦੇ ਲਈ ਵਰਬਲੀ ਤੂੰ ਅਬਿਊਸਿਵ ਹੋਏਗਾ, ਤੇਰੇ ਤੇ ਇਫੈਕਟ ਪੈਣਗੇ, and she need to tolerate that one too. I don't think so. ਬਿਲਕੁਲ, ਰਾਈਟ। ਬਿਕਾਜ਼ ਜੇ ਤੁਸੀਂ ਕੋਈ ਵੀ ਜ਼ਿੰਦਗੀ ਦੇ ਵਿੱਚ ਕੁਛ ਵੀ ਕਰਨਾ ਆ, ਉਹ ਤੁਹਾਡੀ ਆਪਣੀ ਚੋਇਸ ਹੁੰਦੀ ਆ, what you want to do. ਜਿੰਨੀ ਦੇਰ ਤੱਕ ਉਹ ਚੀਜ਼ ਤੁਹਾਡੇ ਤੇ ਅਸਰ ਕਰਦੀ ਹੈ, ਕਿਸੇ ਹੋਰ ਨੂੰ ਉਹ ਖਰਾਬ ਨਹੀਂ ਕਰਦੀ, ਮੈਂਟਲੀ, ਫਿਜ਼ੀਕਲੀ, ਇਮੋਸ਼ਨਲੀ, ਉਹ ਕਿਸੇ ਨੂੰ ਅਬਿਊਜ਼ ਨਹੀਂ ਹੁੰਦਾ ਉਹਦੇ ਕਰਕੇ, ਉਨੀ ਦੇਰ ਤੱਕ ਉਹ ਚੀਜ਼ ਠੀਕ ਆ। ਪਰ ਜਦੋਂ ਉਹ ਚੀਜ਼ ਦੂਜਿਆਂ ਤੇ ਹਾਵੀ ਹੋਵੇ ਕਿਸੇ ਵੀ ਰਿਲੇਸ਼ਨਸ਼ਿਪ ਦੇ ਉੱਤੇ, ਜਦੋਂ ਤੁਹਾਨੂੰ ਪਤਾ ਹੀ ਨਹੀਂ ਵੀ ਤੁਸੀਂ ਕਿੰਨੀ ਕੁਆਂਟਿਟੀ ਪੀਣੀ ਆ,
ਕਿੱਥੇ ਤੁਸੀਂ ਆਪਣੇ ਆਪ ਨੂੰ ਸਟਾਪ ਕਰਨਾ, ਰਿਸਪੈਕਟੇਬਲ ਥਿੰਗਸ ਕੀ ਹੁੰਦੀਆਂ। ਜਦ ਤੁਸੀਂ ਉਹ ਲਾਈਨਾਂ ਕ੍ਰਾਸ ਕਰਦੇ ਹੋ ਤਾਂ ਉੱਥੇ ਫਿਰ ਉਹਦੇ ਜਿਹੜੇ ਇਫੈਕਟ ਨੇ ਉਹ ਮਾਰੂ ਤਾਂ ਹੋਣੇ ਹੀ ਆ ਨਾ। ਔਰ ਰੂਪੀ ਸਿਰਫ ਸ਼ਰਾਬ ਦੀ ਗੱਲ ਨਹੀਂ ਹੈ, ਮਤਲਬ ਜਿਹੜੀ ਤੁਸੀਂ ਇਹ ਗੱਲ ਕਹੀ ਹੈ 100% ਆਈ ਐਗਰੀ ਵਿਦ ਦਿਸ ਕਿ ਤੁਹਾਨੂੰ ਆਪਣੀ ਲਿਮਿਟ ਪਤਾ ਹੋਣੀ ਚਾਹੀਦੀ ਹੈ। ਜਿਹੜੀ ਵੀ ਚੀਜ਼ ਤੁਸੀਂ ਕਰ ਰਹੇ ਹੋ ਜੇ ਤੁਹਾਨੂੰ ਆਪਣੀ ਲਿਮਿਟ ਹੀ ਨਹੀਂ ਪਤਾ, ਫਿਰ ਤੁਸੀਂ ਉਹਦਾ ਤੁਹਾਨੂੰ ਰਿਜ਼ਲਟ ਵੀ ਨਹੀਂ ਪਤਾ ਹੋਏਗਾ ਉਹਦਾ, ਜੇ ਤੁਹਾਨੂੰ ਲਿਮਿਟ ਨਹੀਂ ਪਤਾ। You shouldn't be doing that, right? Yes. So our ਚੀਜ਼ ਜਿਹੜਾ ਆਪਣਾ ਲਾਸਟ ਕਾਲਰ ਕਹਿ ਕੇ ਗਿਆ ਆ, he is scared to get into because he just don't want it to know ਵੀ ਇਹ ਕੀ, ਉਹਨੂੰ ਇੰਨਾ ਪਤਾ ਆ ਵੀ ਇਹ ਫੀਅਰ ਆ, ਇੱਕ ਸ਼ਰਾਬ ਆ, ਨਾਲੇ ਇਹ ਪਤਾ ਲੱਗ ਗਿਆ ਕਿ ਇਹ ਚੀਜ਼ ਬੈਡ ਹੈ, ਇਹਦੇ ਨਾਲ ਕੁਝ ਬੈਡ ਹੀ ਹੈਪਨ ਹੁੰਦਾ। ਰਾਈਟ, ਪਰ ਕਿੰਨੇ ਕੁ ਲੋਕ ਨੇ ਕਈ ਵਾਰੀ ਇਹ ਜਨਰੇਸ਼ਨ ਟੂ ਜਨਰੇਸ਼ਨ, one person to another, ਇਹ ਏਦਾਂ ਹੀ ਚੱਲਦਾ ਆ ਘਰਾਂ ਦੇ ਵਿੱਚ। ਪਹਿਲਾਂ ਤਾਂ ਬਾਪ ਪੀਂਦਾ, ਫਿਰ ਪੁੱਤ ਪੀਣ ਲੱਗ ਜਾਂਦਾ, ਦਾਦੇ ਪੜਦਾਦੇ, ਇਟਸ ਜਸਟ ਕੀਪ ਔਨ ਗੋਇੰਗ। ਜਿੰਨਾ ਆਪਣੇ ਕਲਚਰ ਦੇ ਵਿੱਚ ਜਿਹੜੀ ਸ਼ਰਾਬ ਦੀ ਜਿਹੜੀ ਹੈਗਾ ਕੰਜ਼ਿਊਮ ਕਰਦੇ ਆ ਲੋਕ, lots of people, they are the closet drinker। ਉਹਨੂੰ closet drinker ਆਪਾਂ ਕੀ ਕਹਿੰਦੇ, ਕਿਉਂਕਿ ਉਹਨਾਂ ਨੇ ਇਕੱਲਿਆਂ ਨੇ ਪੀਣੀ ਆ, and they do it in their room, and ਉਹ ਫਿਰ ਰੋਟੀ ਖਾ ਕੇ ਉਸ ਤੋਂ ਬਾਅਦ ਬਾਹਰ ਨਹੀਂ ਆਉਂਦੇ। ਠੀਕ, ਨਾ ਉਹ ਕਿਸੇ ਨੂੰ ਤੰਗ ਕਰਦੇ ਆ, ਨਾ ਉਹ ਕਿਸੇ ਦੇ ਉੱਤੇ ਕੋਈ ਇਫੈਕਟ ਪੈਣ ਦਿੰਦੇ ਆ। ਠੀਕ, ਉਹਦੇ ਵਿੱਚ ਇਹ ਹੁੰਦਾ ਵੀ ਉਹਨਾਂ ਨੇ ਕੰਮ ਤੇ ਵੀ ਜਾਣਾ, ਉਹਨਾਂ ਨੇ ਸਾਰਿਆਂ ਨਾਲ ਆਪਣੇ ਰਿਸ਼ਤਿਆਂ ਨੂੰ ਬਹੁਤ ਵਧੀਆ ਰੱਖਣਾ, ਬਟ ਦੇ ਵਾਂਟ ਟੂ ਇੰਜੋਏ ਇਟ ਜਸਟ ਬਾਈ ਦੈਮਸੈਲਫ ਐਂਡ ਦੈਨ ਗੋ ਟੂ ਬੈਡ। ਜੀ ਜੀ, ਠੀਕ। ਮੈਂ ਇਹ ਨਹੀਂ ਕਹਿੰਦੀ ਵੀ ਉਹ ਬਿਲਕੁਲ ਬਹੁਤ ਵਧੀਆ ਚੀਜ਼ ਆ, as long as you are responsible and doing everything to the limit, yes, that's your self-respect। ਜਦੋਂ ਤੁਸੀਂ ਡੋਲਦੇ ਹੋ ਆਪਣੇ ਆਪ ਨੂੰ, ਜਿਵੇਂ ਸ਼ਰਾਬ ਡੋਲਦੀ ਆ, ਇੱਕ ਤਾਂ ਆਪ ਦੇ ਉੱਪਰ ਡੋਲਦੇ ਹੋ, ਇੱਕ ਦੂਜਿਆਂ ਦੇ ਉੱਤੇ ਡੋਲਦੇ ਹੋ, ਫਿਰ ਸਾਰੇ ਰਿਸ਼ਤਿਆਂ ਦੇ ਉੱਤੇ ਡੋਲਦੇ ਹੋ, ਫਿਰ ਜਿਹੜੇ ਨਵੇਂ ਜੰਮੇ ਬੱਚੇ ਆ ਉਹਨਾਂ ਦੇ ਵਿੱਚ ਤੁਸੀਂ ਇਹ ਕ੍ਰੀਏਟ ਕਰਦੇ ਹੋ ਪ੍ਰੋਬਲਮਸ। that means you need to take that responsibility ਵੀ ਅਸੀਂ ਡਿਸਟਰੋਏ ਕਰ ਰਹੇ ਹਾਂ ਇੱਕ ਫੈਮਿਲੀ ਨੂੰ। ਹਾਂਜੀ, ਨਮਸਤੇ। ਨਮਸਤੇ ਜੀ। ਹਾਂਜੀ, ਮੈਨੂੰ ਇਹ ਗੱਲ ਕਰਨੀ ਹੈਗੀ ਕਿ ਇਹ ਜੋ ਝਗੜਾ ਹੁੰਦਾ, ਰਾਈਟ, ਹਸਬੈਂਡ ਵਾਈਫ ਦੇ ਵਿੱਚ ਹੁੰਦਾ, ਤਾਂ ਇਹ ਜਨਰੇਸ਼ਨ ਟੂ ਜਨਰੇਸ਼ਨ ਹੋ ਜਾਂਦਾ। मतलब उन्होंने माँ बाप के विच झगड़ा होंदा तो उस तरह से यू नो वो भी जो हस्बैंड वाइफ होंदे तो वो भी फिर कभी कभी झगड़ा हो जाता, पर उन्होंने एंगजाइटी बहुत आ जाती बच्चों विच, यू नो। तो बच्चे की सोचते होंगे ऐसे टाइम पे, क्योंकि उन्होंने ये तो नहीं पता होता कि आगे होना की है, राइट, बट उन्होंने एंगजाइटी बहुत हो जाती हो। और अल्टीमेटली एक जो कोई भी पार्टनर होंदा उन्होंने चुप रहना ही ठीक होता ना ऐसे टाइम पे। अगर दोनों भी पार्टनर एग्रेसिव होंदे तो वो झगड़ा बढ़ता ही चला जाता है। तो मैंने एक ही गल करनी सी कि मतलब एक जनरेशन विच वो कुछ प्रॉब्लम हो गई तो वो सेकंड जनरेशन विच खत्म नहीं हो जाती, ये जनरेशन टू जनरेशन चलती रहती है फिर, क्योंकि वो माइंडसेट आ जाता, ईगो बहुत ऊपर हो जाता है, यू नो। जी 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 थैंक यू वरिंदर, थैंक यू फॉर योर कॉल। गुरविंदर जी कुछ कहना चाहते हैं? हाँ जी गुरविंदर जी। सत श्री अकाल जैस्मीन जी। सत श्री अकाल जी। मेरा है सोचना है कि अर्ली मैरिज ਜਿਹੜੇ ਬੱਚਿਆਂ ਦੀ ਵਿਆਹ ਹੋ ਜਾਂਦਾ ਹੈ ਨਾ, ਉਹਨਾਂ ਦੀ ਮੈਂਟਲੀ ਪ੍ਰਿਪੇਅਰ ਹੀ ਨਹੀਂ ਹੁੰਦੇ ਹੋ। ਯੈਸ। ਤੇ ਮੇਰਾ ਰੂਬੀ ਜੀ ਨਾਲ ਇੱਕ ਕੁਐਸਚਨ ਹੈਗਾ ਕਿ ਐਗਜ਼ੈਕਟ ਏਜ ਕੀ ਹੈਗੀ ਜਿਹਦੀ ਬੱਚੇ ਆਪਣਾ ਮੈਚਿਓਰ ਹੋ ਜਾਣ, ਉਹਨਾਂ ਦੀ ਮੈਰਿਜ ਏਜ ਕਿੰਨੀ ਹੋਣੀ ਚਾਹੀਦੀ ਹੈ? ਜੀ ਰੂਪੀ। Well, the maturity has lots of stages. ਜੀ right? ਕਈ ਵਾਰੀ ਜਿਹੜੇ ਮਾਪਿਆਂ ਦੇ ਸਿਆਣਿਆਂ ਦੇ ਬੱਚੇ ਪਾਲੇ ਹੁੰਦੇ ਆ, ਉਹਨਾਂ ਦੇ ਵਿੱਚ ਮੈਚਿਓਰਿਟੀ ਸ਼ੁਰੂ ਤੋਂ ਬਹੁਤ ਆ ਜਾਂਦੀ ਆ। ਵੈਰੀ ਟਰੂ। ਤੇ ਜਿਹੜੇ ਆਪ ਖੁਦ ਆਪਣੇ ਆਪ ਨੂੰ ਕਦੇ ਸੋਚਦੇ ਹੀ ਨਹੀਂ ਹੈਗੇ, ਉਹਨਾਂ ਨੂੰ ਆਂਟੀ ਵੀ ਕਹਿ ਦੋ, ਭੁੜਕ ਕੇ ਪੈਂਦੇ ਮਗਰ। ਜਿਹੜੇ ਆਪ ਹੀ ਮੈਚਿਓਰ ਨਹੀਂ, ਉਹ ਆਪ ਹੀ ਮੈਚਿਓਰ ਨਹੀਂ, ਤੇ ਉਹਨਾਂ ਨੇ ਮੈਚਿਓਰਿਟੀ ਕੀ ਦੇਣੀ ਆ? ਉਹ ਫਿਰ ਕੀ ਏਜ ਦੱਸਾਂ ਮੈਂ, ਸਾਰੀ ਉਮਰ ਹੀ ਉਹ ਮੈਚਿਓਰ ਨਹੀਂ ਹੁੰਦੇ। ਹਾਂ ਠੀਕ ਹੈ। ਬਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਇਹਦਾ ਮਤਲਬ ਇਹੀ ਆ ਵੀ ਜਿਹੜਾ ਕੁਛ ਤੁਸੀਂ ਬੀਜਦੇ ਹੋ ਉਹੀ ਵੱਢਦੇ ਹੋ।
ਤੇ ਜਨਰੇਸ਼ਨ ਟੂ ਜਨਰੇਸ਼ਨ ਕਦੇ ਕਿਸੇ ਨੇ ਨਹੀਂ ਇਹ ਸੋਚਿਆ ਵੀ ਇਹ ਗੱਲਾਂ ਹੈ ਕਿਉਂ ਤੁਰਦੀਆਂ ਨੇ। ਹੁਣ ਜੇ ਲੋਕਾਂ ਨੂੰ ਇਹ ਸਮਝ ਆ ਗਈ ਤਾਂ ਦੈਨ ਦੇ ਵਿਲ ਸਟਾਰਟ ਪੇਇੰਗ ਅਟੈਂਸ਼ਨ ਟੂ। ਕਿਉਂਕਿ ਗੱਲ ਇਹ ਆ ਕਿ ਜਨਰੇਸ਼ਨ ਟੂ ਜਨਰੇਸ਼ਨ ਕਿਉਂ ਹੁੰਦਾ, ਇਟਸ ਅ ਲਰਨਿੰਗ ਬਿਹੇਵੀਅਰ। ਜਿਹੜੀਆਂ ਗੱਲਾਂ ਤੁਸੀਂ ਬੱਚਿਆਂ ਨੂੰ ਦੱਸਦੇ ਹੋ ਵੀ ਤੁਸੀਂ ਐਂ ਕਰੋ, ਉਹ ਤਾਂ ਉਹ ਚਾਹੇ ਕਰਨ ਨਾ ਕਰਨ ਆਪਣੀ ਜ਼ਿੰਦਗੀ ਦੇ ਵਿੱਚ, ਪਰ ਜਿਹੜੀਆਂ ਗੱਲਾਂ ਉਹ ਦੇਖਦੇ ਅੱਖਾਂ ਦੇ ਨਾਲ ਉਹ ਲਾਜ਼ਮੀ ਕਰਨਗੇ ਆਪਣੀ ਜ਼ਿੰਦਗੀ ਦੇ ਵਿੱਚ। ਬਿਕੋਜ਼ ਲਰਨਿੰਗ ਬਿਹੇਵੀਅਰ ਇਟਸ ਅ ਮਿਰਰਿੰਗ। ਹੁੰਦਾ ਕੀ ਆ, ਨਾ ਆਪਾਂ ਨੂੰ ਆਪਣਾ ਆਪ ਦਿੰਦਾ, ਆਪਣਾ ਆਪ ਤਾਂ ਕਿਸੇ ਨੂੰ ਨਹੀਂ ਨਾ ਦਿੰਦਾ ਜੀ। ਹਸਬੈਂਡ ਨੂੰ ਵਾਈਫ ਦਾ ਕੰਮ ਦਿੰਦਾ, ਉਹ ਜਿਹੜੇ ਗਲਤ ਕਰਦੀ ਆ, ਵਾਈਫ ਨੂੰ ਹਸਬੈਂਡ ਦੇ ਕੰਮ ਦਿੰਦੇ ਆ ਜਿਹੜੇ ਗਲਤ ਕਰਦੇ ਆ। ਠੀਕ, ਜਦੋਂ ਦੋਨੇ ਇੱਕ ਦੂਜੇ ਵੱਲ ਉਂਗਲੀ ਕਰਦੇ ਵੀ ਇਹ ਗਲਤ ਆ, ਠੀਕ, ਦੋਨਾਂ ਚੋਂ ਕੋਈ ਨਹੀਂ ਕਰਦਾ ਇੱਕ ਦੂਜੇ ਨੂੰ ਜੀ, ਕਿ ਬਿਕੋਜ਼ ਦੇ ਕੀਪ ਔਨ ਫਾਈਟਿੰਗ ਐਂਡ ਬਲੇਮਿੰਗ। ਦੂਜੀ ਗੱਲ, ਇੱਕ ਬੰਦਾ ਚੁੱਪ ਕਰੇ ਤੇ ਦੂਜਾ ਬੰਦਾ ਬੋਲਦਾ ਰਵੇ, ਉਹ ਤਾਂ ਹੁਣ ਤੈਨੂੰ ਪਤਾ ਵੀ ਰੋਟੀਆਂ ਤੇ ਮਿਰਚ ਮਸਾਲਾ ਸਾਰੇ ਹੀ ਖਾਂਦੇ ਆ, ਗੁੱਸਾ ਤਾਂ ਹਰੇਕ ਨੂੰ ਹੀ ਆਉਣਾ। ਬਿਲਕੁਲ। ਸੋ ਕੋਈ ਮਿੱਟੀ ਦਾ ਹੋਊਗਾ ਜਿਹੜਾ ਨਹੀਂ ਬੋਲੂਗਾ। ਸੋ it always takes two to have a conflict। ਇੱਕ ਬੰਦੇ ਦਾ conflict ਨਹੀਂ ਹੁੰਦਾ ਹੈਗਾ, ਉਹਨੂੰ ਕੋਈ ਸ਼ੱਕ ਪੈ ਜੂ ਜਾਂ ਉਹਨੂੰ ਕਿਸੇ ਚੀਜ਼ ਦੀ ਪ੍ਰੋਬਲਮ ਹੋਊਗੀ, ਬਟ ਜਿਹੜਾ conflict it always into two people, right? So ਜਿੰਨੇ conflict ਤੁਹਾਡੇ ਆ ਉਹਨਾਂ ਦੇ ਜਿਹੜੇ ਰਿਜ਼ਲਟ ਨੇ ਉਹ ਰਿਜ਼ੋਲਵ ਕਰਨ ਦੀ ਬਜਾਏ ਤੁਸੀਂ ਉਹਨੂੰ ਖੰਡਾ ਦਿੰਦੇ ਹੋ ਤੇ ਉਹਦਾ ਅਸਰ ਬੱਚਿਆਂ ਦੇ ਉੱਤੇ ਪੈਣਾ ਹੀ ਪੈਣਾ ਆ ਜੀ। ਬਿਲਕੁਲ। ਹੁੰਦਾ ਕੀ ਆ, ਸ਼ਾਮ ਹੋਣ ਦੇ ਸਾਰ ਵਾਈਫ ਦੀ ਐਨਜ਼ਾਈਟੀ ਵੱਧ ਜਾਂਦੀ ਆ ਕਿ ਹੁਣ ਇਹ ਸ਼ਰਾਬ ਪੀਊਗਾ, ਬੱਚਿਆਂ ਦੀ ਐਨਜ਼ਾਈਟੀ ਇਹ ਵੱਧ ਜਾਂਦੀ ਆ ਵੀ ਹੁਣ ਅੱਜ ਫੇਰ ਕੁਛ ਹੋਊਗਾ, ਅੱਜ ਫੇਰ ਲੜਾਈ ਹੋਊਗੀ, ਰਾਈਟ। ਸੋ ਹੁੰਦਾ ਕੀ ਆ, ਇਹ ਜਦੋਂ ਤੁਹਾਡੇ ਮਾਇੰਡ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਰਿਪੀਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਸੇਮ ਨੈਗੇਟਿਵਿਟੀ ਜਿਹੜੀ ਆ ਇਟ ਵਿਲ ਬ੍ਰਿੰਗ ਦ ਸੇਮ ਰਿਜ਼ਲਟ ਐਵਰੀ ਡੇ। ਇਹਨੂੰ ਬ੍ਰੇਕ ਕਰਨ ਦਾ ਜਿਹੜਾ ਤਰੀਕਾ ਜਿਹੜਾ ਹੈਗਾ ਉਹਨੂੰ ਤਾਂ ਲਰਨ ਨਹੀਂ ਅਸੀਂ ਕਰਦੇ, ਕਿਉਂਕਿ ਮਾਰਨਿੰਗ ਉੱਠ ਕੇ ਜਦੋਂ ਤੁਹਾਡਾ ਹਸਬੈਂਡ ਕੰਮ ਤੇ ਚਲੇ ਜਾਂਦਾ, ਯੂ ਹੈਪੀ ਹੀ ਇਜ਼ ਗੋਨ ਟੂ ਵਰਕ, ਠੀਕ। ਹੁਣ ਤੁਸੀਂ ਗੱਲ ਉਹਨਾਂ ਨਾਲ ਕਦੋਂ ਕਰੋਗੇ? ਜਦੋਂ ਵੀ ਤੁਸੀਂ ਗੱਲ ਕਰਨੀ ਸ਼ੁਰੂ ਕਰਦੇ ਹੋ, ਹੀ ਵਿਲ ਸੇ ਛੱਡ ਪਰੇ, ਉਹ ਤਾਂ ਰਾਤ ਹੋ ਗਿਆ ਸੀਗਾ, ਹੁਣ ਨਹੀਂ ਕੁਛ ਵੀ ਹੁੰਦਾ, ਰਾਤ ਗਈ ਬਾਤ ਗਈ, ਰਾਈਟ। ਦੈਨ ਬਾਈ ਦ ਟਾਈਮ ਇਟਸ 5-6 o'clock in the evening, same thing start again. Yes. So then ਕਿੰਨੇ ਦਿਨ ਵਾਈਫ ਨਹੀਂ ਬੋਲੂਗੀ, ਕਿੰਨੇ ਦਿਨ ਨਹੀਂ ਬੋਲੂਗੀ, ਆਖਰਕਾਰ she need to open her mouth. Then it start having fight. Yes. ਰੋਂਗ ਟਾਈਮ ਤਾਂ ਉਹ ਹੁੰਦਾ ਹੀ ਆ, ਕਿਉਂਕਿ ਰੋਂਗ ਟਾਈਮ ਦਾ ਮਤਲਬ ਇਹ ਆ ਕਿ ਉਹਨੇ ਉਦੋਂ ਬਹੁਤ ਫੜ ਲਿਆ। ਜਿਹੜਾ ਸਿਆਣਾ ਹੁੰਦਾ ਨਾ ਬੰਦਾ, ਉਹ ਉਸ ਟਾਈਮ ਤੇ ਗੱਲ ਨਹੀਂ ਕਰਦਾ ਹੁੰਦਾ ਜਦੋਂ ਇਹ ਐਕਸ਼ਨ ਹੁੰਦਾ ਹੋਵੇ। ਯੂ ਨੀਡ ਟੂ ਕ੍ਰੀਏਟ ਸਮ ਏਰੀਆ ਜਿੱਥੇ ਤੁਸੀਂ ਇਸ ਗੱਲ ਹੋਣ ਤੋਂ ਪਹਿਲਾਂ ਤੋਂ ਯੂ ਕੈਨ ਟਾਕ, ਰਾਈਟ। ਉਹਦੇ ਵਿੱਚ ਹੁੰਦਾ ਕੀ ਆ ਕਿ ਹਿੰਮਤ ਦੋਨੇ ਪਾਸੇ ਨਹੀਂ ਹੁੰਦੀ ਹੈ, ਕਿ ਨਾ ਹਸਬੈਂਡ 'ਚ ਹੁੰਦੀ ਹੈ ਲਿਸਨ ਕਰਨ ਦੀ, ਨਾ ਵਾਈਫ 'ਚ ਹੁੰਦੀ ਹੈ ਟਾਕ ਕਰਨ ਦੀ। ਦ ਟਾਈਮ ਉਹ ਸੋਫੀ ਆ, ਕਿਉਂਕਿ ਉਦੋਂ ਇਹ ਹੁੰਦਾ ਵੀ ਮੈਂ ਤਾਂ ਕੰਮ ਤੋਂ ਆਇਆ, ਤੂੰ ਕਰੀ ਕੀ ਜਾਂਦੀ ਹੈ, ਰਾਈਟ, ਬਿਕੋਜ਼ ਹੀ ਇਜ਼ ਨਾਟ ਗੋਣਾ ਲਿਸਨ ਵਾਟ ਹੈਪਨ ਲਾਸਟ ਨਾਈਟ, ਸੋ ਹੀ ਇਜ਼ ਗੋਣਾ ਕ੍ਰੀਏਟ ਦ ਸੇਮ ਸੀਨ ਅਗੇਨ। ਹੁਣ ਜਿਹੜੇ ਬੱਚੇ ਨੇ, ਬੱਚਿਆਂ ਦੇ ਵਿੱਚ ਐਨਜ਼ਾਈਟੀ ਕਿਉਂ ਹੁੰਦੀ? ਬੱਚੇ ਹੈਲਪਲੈਸ ਮਹਿਸੂਸ ਕਰਦੇ ਆ। Regardless of what the parents are doing, the child love both parents. ਠੀਕ ਹੈ ਜੀ। ਬੱਚੇ ਨੂੰ ਪਿਕ ਕਰਨਾ ਬਹੁਤ ਗਲਤ ਹੋ ਜਾਂਦਾ ਜਿੰਨੀ ਦੇਰ ਤੱਕ ਤੁਸੀਂ ਇੱਕ ਜਣਾ ਉਹਨਾਂ ਨੂੰ ਬ੍ਰੇਨ ਵਾਸ਼ ਕਰਨਾ ਨਾ ਸ਼ੁਰੂ ਕਰੇ, ਠੀਕ। ਬੱਚੇ ਨੂੰ ਇਹ ਵੀ ਪਤਾ ਹੁੰਦਾ ਕੌਣ ਰਾਈਟ ਆ ਕੌਣ ਰੋਂਗ ਆ, ਪਰ ਕਈ ਵਾਰੀ ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਕਿ ਰੋਂਗ ਬੰਦਾ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਹੀ ਫੀਡ ਕਰਨਾ ਸ਼ੁਰੂ ਕਰ ਦਿੰਦਾ ਵੀ ਮੈਂ ਤਾਂ ਬਿਲਕੁਲ ਠੀਕ ਆ। ਜਿਹੜਾ ਠੀਕ ਹੁੰਦਾ ਉਹਦੇ ਵਿਰੁੱਧ ਚਾਬੀ ਭਰੀ ਜਾਂਦੀ ਆ। ਸੋ ਆਈ ਥਿੰਕ ਰੂਪੀ ਉਹਦਾ ਨਤੀਜਾ ਇਹ ਵੀ ਹੁੰਦਾ ਕਿਸੇ ਹੱਦ ਤੱਕ ਕਿ ਬੱਚੇ ਕਨਫਿਊਜ਼ ਹੀ ਹੋ ਜਾਂਦੇ ਨੇ ਵੀ ਹੁਣ ਕੌਣ ਸਹੀ, ਕਿਹਨੂੰ ਸਹੀ ਸਮਝਣ ਤੇ ਕਿਹਨੂੰ ਗਲਤ ਸਮਝਣ। ਦੈਟਸ ਇਟ ਜੀ। ਅੱਛਾ, ਫਿਰ ਜਦੋਂ ਇਹ ਮਾਹੌਲ ਇਹ ਆ ਤਾਂ ਫਿਰ ਉੱਥੇ ਮਟੀਰੀਅਲ ਆ ਜਾਂਦਾ ਆ, ਉੱਥੇ ਇਮੋਸ਼ਨਸ ਜਿਹੜੇ ਉਹ ਕੱਟ ਆਫ ਹੋ ਜਾਂਦੇ ਆ। ਦੈਨ ਵੀ ਸਟਾਰਟ ਪਲੀਜ਼ਿੰਗ ਦ ਚਿਲਡਰਨ ਵਿਦ ਮਨੀ, ਵਿਦ ਗਿਫਟਸ, all that. So ਫਿਰ ਤੁਸੀਂ ਇਹ ਦੇਖਦੇ ਹੋ ਵੀ ਇੱਥੋਂ ਦੇ ਬੋਰਨ ਹੋਣ ਦੇ ਬਾਵਜੂਦ, ਇਸ ਕੈਨੇਡੀਅਨ ਸਿਸਟਮ ਦੇ ਵਿੱਚ ਉਹ ਰੇਜ਼ਡ ਹੋਣ ਦੇ ਬਾਵਜੂਦ,
they're talking the same language of their parents because ਉਹਨਾਂ ਨੂੰ ਪਤਾ ਹੈ ਵੀ ਆਹੀ ਚੀਜ਼ ਆ ਸਾਡੇ ਕੋਲ ਜਿਹੜੀ ਕਾਮਨ ਆ। ਕਾਮਨ ਕੀ ਆ? ਪੈਸਾ, ਲਗਜ਼ਰੀ, ਬਿਗ ਹਾਊਸ, ਕਾਰਸ, ਸ਼ਾਪਿੰਗ, all those kind of things। ਮਾਪਿਆਂ ਦੀ ਜਿਹੜੀ ਫਾਈਟ ਹੈ, ਪੇਰੈਂਟਸ ਦਾ ਆਪਸ 'ਚ ਲੜਨਾ ਬੱਚਿਆਂ ਨੂੰ ਕਿਸ ਹੱਦ ਤੱਕ ਡਰਾ ਸਕਦਾ ਹੈ, ਟਰਾਮਾ 'ਚ ਲੈ ਕੇ ਜਾ ਸਕਦਾ ਹੈ? ਰੂਪੀ, ਅਮਰ ਸਿੰਘ ਜੀ ਦੀ ਗੱਲ ਸੁਣਦੇ ਹਾਂ। ਹਾਂਜੀ ਅਮਰ ਸਿੰਘ ਜੀ। ਹਾਂਜੀ ਜਸਮੀਨ ਜੀ, ਤੁਸੀਂ ਬਹੁਤ ਵਧੀਆ ਵਿਸ਼ਾ ਲੈ ਕੇ ਆਏ ਹੋ। ਥੈਂਕ ਯੂ ਜੀ। ਔਰ ਵਾਕਈ ਇਹੋ ਜਿਹੀ ਗੱਲਬਾਤ ਕਰਦੇ ਲੋਕੀ ਸਲਾਹ ਵੀ ਦੇਂਦੇ ਤੇ ਸਿੱਖ ਵੀ ਲੈਂਦੇ ਜੀ ਕਈ ਵਾਰੀ। ਤੇ ਮੈਂ ਤੇ ਇਹਦੇ ਬਾਰੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪ੍ਰੋਬਲਮ ਬਾਰੇ ਬੜਾ ਸੋਹਣਾ ਐਕਸਪਲੇਨ ਕਰ ਰਹੇ ਨੇ ਜੀ, ਤੇ ਲੇਕਿਨ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸੋਰਸ ਆਫ ਪ੍ਰੋਬਲਮ ਦੇਖੋ ਤੇ ਉਹਦਾ ਸੋਲਿਊਸ਼ਨ ਦੇਖੋ। ਤੇ ਉਹ ਇਹ ਹੈ ਕਿ ਇਹ ਜਿਹੜੀ ਪੇਰੈਂਟਿੰਗ ਤੇ ਜਿਹੜੀ ਹੈ ਨਾ ਸਪਾਊਸ ਹੋਣਾ ਤੇ ਪੇਰੈਂਟ ਨਾਲ, ਇਹ ਬੜਾ ਸੀਰੀਅਸ ਚੈਲੰਜਿੰਗ ਰੋਲ ਹੈਗਾ। ਲਾਈਫ ਇਜ਼ ਰੋਲ ਪਲੇਇੰਗ, ਕੋਈ ਇਹਦੀ ਟ੍ਰੇਨਿੰਗ ਨਹੀਂ, ਕੁਛ ਨਹੀਂ ਹੈ। ਅੱਛਾ, ਪੇਰੈਂਟਸ ਅਗਰ ਗੁੱਡ ਪੋਜ਼ਿਟਿਵ ਰੋਲ ਮਾਡਲ ਹੋਣਗੇ, ਜਿਨ੍ਹਾਂ ਦਾ ਵਿਆਹ ਹੋਣਾ ਮੇਰਾ ਮਤਲਬ ਉਹਨਾਂ ਦੇ ਪੇਰੈਂਟ, ਤੇ ਫਿਰ ਉਹ ਬੱਚਿਆਂ ਦੇ ਅੱਛਾ ਅਸਰ ਪਏਗਾ। ਲੇਕਿਨ ਇਹ ਹੋ ਨਹੀਂ ਰਿਹਾ। ਸੋ ਇਸ ਕਰਕੇ ਇਹ ਪਰ ਇੱਕ ਗੱਲ ਇਹ ਮੈਂ ਕਹਿਣੀ ਚਾਹੁੰਦਾ ਕਿ ਜੇ ਤੁਸੀਂ ਨਹੀਂ ਕੋਈ ਟ੍ਰੇਨਿੰਗ, ਨਹੀਂ ਕਿੱਥੋਂ ਪੋਜ਼ਿਟਿਵ ਗੱਲਾਂ ਸਿੱਖੀਆਂ ਟੂ ਪਲੇ ਦਿਸ ਰੋਲ ਪਲੇ ਐਜ਼ ਅ ਸਪਾਊਸ ਐਂਡ ਐਜ਼ ਅ ਪੇਰੈਂਟ, ਕਿਉਂਕਿ ਤੇ ਫਿਰ ਤੁਸੀਂ ਔਨ ਦੀ ਜੌਬ ਕਹਿੰਦੇ ਨਾ, ਯੂ ਕੈਨ ਲਰਨ ਔਨ ਦਾ ਜੌਬ। ਤੇ ਇਹਦਾ ਮਤਲਬ ਕਿ ਆਪਸ ਵਿੱਚ ਆਰਗੂਮੈਂਟ ਕਰਨ ਦੀ ਬਜਾਏ, ਯਾਨੀ ਕਿ ਸਿੰਪਲ ਐਗਜ਼ਾਮਪਲ ਮੈਂ ਦੇਣਾ, ਕਿਤੇ ਨਹੀਂ ਮੈਂ ਦੇਖ ਰਿਹਾ ਅਜੇ ਤੱਕ ਇੱਥੇ ਵੀ ਕਿ ਮੇਲ ਫੀਮੇਲ ਜਿਹੜੀਆਂ ਨਾ, ਇਹਨਾਂ ਦੀ ਸਾਈਕੀ ਡਿਫਰੈਂਟ ਹੈਗੀ ਹੈ ਔਰ ਇਹਨਾਂ ਨੂੰ ਕੰਪਰੋਮਾਈਜ਼ ਕਰਨਾ ਸਿੱਖਣਾ ਪਏਗਾ। ਤੇ ਪਰ ਮੈਰਿਜ ਕਰਨ ਤੋਂ ਪਹਿਲਾਂ 60-65-70% ਜਿਹੜੀ ਕੰਪੈਟੀਬਿਲਿਟੀ ਹੈ ਨਾ, ਇਹ ਵੇਖੇ ਬਗੈਰ ਮੈਰਿਜ ਨਹੀਂ ਕਰਨੀ ਚਾਹੀਦੀ। ਅੱਜ ਕੱਲ੍ਹ ਸਿਸਟਮ ਵਿੱਚ ਚੱਲ ਰਿਹਾ, ਪਹਿਲਾਂ 3-4-5 ਸਾਲ ਫਰੈਂਡ ਰਹਿੰਦੇ ਆ, ਚਾਹੇ ਸਾਡੇ ਬੱਚੇ ਇੱਥੋਂ ਹਿੰਦੁਸਤਾਨੀ ਹੋਣ, ਇੱਥੋਂ ਦੇ ਜੰਪਲ, ਤੇ ਫਿਰ ਉਹ ਅਗਰ ਉਹਨਾਂ ਨੂੰ ਫਰੈਂਡਸ਼ਿਪ ਹੀ ਪਸੰਦ ਨਹੀਂ ਤਾਂ ਉਹ ਮੈਰਿਜ ਨਹੀਂ ਕਰਦੇ। ਤੋ ਇਹੋ ਜਿਹੀ ਗੱਲਾਂ ਜਿਹੜੀਆਂ ਵਾਕਈ ਨਾਲ ਨੇ, ਜੇ ਤੁਹਾਡੇ ਪੇਰੈਂਟਸ ਕੀ ਕਹਿੰਦੇ ਨੇ, ਮੈਂ ਇਹਨੂੰ ਇੰਝ ਕਹਿਣਾ ਕਿ ਤੁਹਾਡੇ ਪੇਰੈਂਟਸ ਦਾ ਜਿਹਨਾਂ ਨੇ ਵਿਆਹ ਕਰਾਉਣਾ ਹੈ, ਇਹ ਜਿਹੜਾ ਮੋਨੋਪਲੀ ਲਾਵ ਹੈ ਨਾ, ਇਹ ਆਊਟਡੇਟਡ ਹੋ ਗਿਆ ਹੁਣ। ਅੱਜ ਕੱਲ੍ਹ ਰੈਸ਼ਨਲ ਲਾਵ ਹੈ, ਬੱਚੇ ਆਪਣਾ ਡਿਸੀਜ਼ਨ ਆਪ ਕਰਦੇ ਆ। ਆਫਕੋਰਸ ਅਰਲੀ ਮੈਰਿਜ ਨਹੀਂ ਕਰਨੀ ਚਾਹੀਦੀ, ਇਹ ਤਾਂ ਕਿ ਤੁਹਾਡੀ ਮੈਚਿਓਰਿਟੀ ਘੱਟੋ ਘੱਟ ਇੰਨੀ ਕੁ ਹੋਵੇ ਕਿ ਤੁਹਾਨੂੰ ਜ਼ਿੰਦਗੀ ਦਾ ਕੁਛ ਆਈਡੀਆ ਹੋ ਜਾਵੇ। ਸੋ ਇਹਨਾਂ ਗੱਲਾਂ ਨੂੰ ਧਿਆਨ ਰੱਖ ਕੇ ਮੈਨੂੰ ਆਈਡੀਆ ਹੈ ਕਿ ਸੈਲੀਬ੍ਰੇਟ ਲਾਈਫ ਐਜ਼ ਏ ਸਪਾਊਸ ਐਂਡ ਐਜ਼ ਏ ਪੇਰੈਂਟ, ਤੇ ਇਹਦਾ ਐਂਡ ਰਿਜ਼ਲਟ ਬੜਾ ਅੱਛਾ ਨਿਕਲੇਗਾ। ਪਰ ਇਹ ਲਰਨਿੰਗ ਪ੍ਰੋਸੈਸ ਹੈਗੀ ਹੈ। ਮੈਂ ਜਿਵੇਂ ਮੈਂ ਕਹਿੰਦਾ, ਮੈਂ ਤੇ ਅਜੇ ਵੀ ਲਰਨ ਕਰ ਰਿਹਾ ਜੀ, ਹਾਲਾਂਕਿ ਆਮ ਨਾਟ ਟੋਟਲੀ ਫੇਲਡ ਐਜ਼ ਏ ਸਪਾਊਸ ਐਂਡ ਪੇਰੈਂਟ, ਬਟ ਆਮ ਸਟਿਲ ਲਰਨਿੰਗ। ਥੈਂਕ ਯੂ ਵੈਰੀ ਮਚ। ਥੈਂਕ ਯੂ ਅਮਰ ਸਿੰਘ ਜੀ। ਯੈਸ, ਲਾਈਫ ਇਜ਼ ਅ ਲਰਨਿੰਗ ਪ੍ਰੋਸੈਸ। ਰੂਪੀ, ਇੱਕ ਸਵਾਲ ਜਿਹੜਾ ਮੈਂ ਪ੍ਰੋਗਰਾਮ ਦੇ ਸ਼ੁਰੂ 'ਚ ਕੀਤਾ ਸੀ ਨਾ, ਉਹਦਾ ਸਵਾਲ ਮੈਂ ਜ਼ਰੂਰ ਜਾਣਨਾ ਚਾਹੁੰਦੀ ਹਾਂ। ਜਦੋਂ ਨੋਰਮਲ ਲਾਈਫ ਦੇ ਵਿੱਚ ਵਿਚਰੀਦਾ ਨਾ, ਤਾਂ ਬੜੀ ਵਾਰੀ ਆਪਾਂ ਕਪਲਸ ਦੇ ਮੂੰਹੋਂ ਇਹ ਗੱਲ ਸੁਣਦੇ ਹਾਂ ਵੀ ਅਸੀਂ ਬੱਚਿਆਂ ਦੀ ਖਾਤਰ ਇਕੱਠੇ ਰਹਿ ਰਹੇ ਹਾਂ। So is staying together due to a child a valid reason, or is it just an excuse? I think it's basically an excuse, क्योंकि ਜਿਹੜੀ ਕਪਲ ਚਾਹੇ ਉਹ ਉਹਨਾਂ ਦੀ ਆਪਸ 'ਚ ਬਣਦੀ ਜਾਂ ਨਹੀਂ ਬਣਦੀ, financially it's a better situation, and they just develop a habit of cohabiting, living together. Okay. So ਉਹਦੇ ਵਿੱਚ ਇਹ ਆ ਵੀ ਬੱਚੇ ਪ੍ਰੋਡਿਊਸ ਹੋ ਗਏ ਆ, ਤੇ ਹੁਣ ਜੇ ਮੈਂ ਸੈਪਰੇਟ ਹੁੰਨੀ ਆ ਜਾਂ ਹੁੰਦਾ ਆ ਤਾਂ ਦੋ ਖਰਚੇ ਹੋਣਗੇ, ਤੇ ਇਟਸ ਬੈਟਰ ਟੂ ਜਸਟ ਸਟੇ ਵੇਅਰ ਆਈ ਐਮ। ਇੱਕ ਕੰਫਰਟ ਜ਼ੋਨ ਬਣੀ ਹੁੰਦੀ ਆ, ਇਹ ਉੱਥੇ ਹੀ ਇਹ ਲੜਾਈਆਂ ਜ਼ਿਆਦਾ ਹੁੰਦੀਆਂ ਨੇ, ਉੱਥੇ ਹੀ ਇਹ ਸਾਰਾ ਕੁਛ ਜ਼ਿਆਦਾ ਹੁੰਦਾ ਆ ਜਿੱਥੇ ਏਦਾਂ ਦੇ ਐਟੀਟਿਊਡ ਹੁੰਦੇ ਆ। ਜਿਹੜੇ ਲੋਕਾਂ ਦਾ ਸਾਹ ਘੁੱਟਦਾ ਆ ਮੈਰਿਜ ਦੇ ਵਿੱਚ, ਜਦੋਂ ਉਹ ਦੇਖਦੇ ਆ ਵੀ ਆਹ ਕੁਛ ਹੁੰਦਾ, ਉਹ ਤਾਂ ਫਿਰ ਟਾਈਮ ਹੀ ਨਹੀਂ ਲਾਉਂਦੇ ਹੈਗੇ, ਦੇ ਜਸਟ ਵਾਕ ਆਊਟ। ਕਿਉਂਕਿ ਕਦੇ ਕੋਈ ਵੀ ਜਸਟੀਫਿਕੇਸ਼ਨ ਨਹੀਂ ਹੈਗੀ ਜਿਹੜਾ ਤੁਸੀਂ ਕਿਸੇ ਬੱਚੇ ਦੇ ਦਿਮਾਗ ਦੇ ਵਿੱਚ ਤੁਸੀਂ ਇੰਨਾ ਜ਼ਹਿਰ ਪਾਉਂਦੇ ਹੋ। ਸਕਰੀਮਿੰਗ, ਯੈਲਿੰਗ, ਨੇਮ ਕਾਲਿੰਗ, ਪਤਾ ਨਹੀਂ ਤੁਸੀਂ ਕਿੰਨੇ ਮੀਨ ਹੋ ਕੇ ਇੱਕ ਦੂਜੇ ਨਾਲ ਤੁਸੀਂ ਬੋਲਦੇ ਹੋ। ਜਾਂ ਇਹ ਹੁੰਦਾ ਵੀ ਔਰਤ ਜਿਹੜੀ ਆ ਉਹ ਜਮਾ ਹੀ ਨਹੀਂ ਬੋਲਦੀ ਹੈਗੀ, ਤੇ ਸਾਰਾ ਸਹੁਰਾ ਪਰਿਵਾਰ ਫਿਰ ਲੱਗ ਜਾਂਦੇ ਆ ਬੋਲਣ, ਉਹ ਇੰਨਾ ਕੁਛ ਬੋਲਦੇ ਆ। ਸੋ ਇਹ ਨਹੀਂ ਸੋਚਦੇ ਹੈਗੇ ਵੀ ਜਿਹੜੇ ਬੱਚੇ ਨਿੱਕੇ ਆ, ਚਾਹੇ ਉਹ ਜਿਵੇਂ ਵੀ ਆ ਤੁਹਾਡੇ ਲਈ ਤੁਹਾਨੂੰ ਲੱਗਦੀ ਆ, ਬਟ ਸ਼ੀ ਇਜ਼ ਦ ਮਦਰ ਆਫ ਦ ਚਾਈਲਡ, ਰਾਈਟ? ਅੱਛਾ, ਫਿਰ ਇੱਕਦਮ ਇਹ ਹੁੰਦਾ ਆ ਵੀ ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ, ਸਭ ਕੁਛ ਹੁੰਦਾ, ਫਿਰ ਆਲ ਆਫ ਸਡਨ ਜਿਹੜੇ ਰੋਲ ਕਿਵੇਂ ਚੇਂਜ ਹੁੰਦੇ ਆ। ਜਦੋਂ ਤੁਸੀਂ ਤੁਹਾਡੇ ਮਾਪੇ ਬੁੱਢੇ ਹੋ ਜਾਂਦੇ, ਤੁਸੀਂ ਫਿਰ ਉਹਨਾਂ ਨੂੰ ਮਿਸਟਰੀਟ ਕਰਨਾ ਸ਼ੁਰੂ ਕਰਦੇ, ਪਹਿਲਾਂ ਬੱਚਿਆਂ ਨੂੰ ਕੀਤਾ,
ਸਿਰਫ ਇਹ ਤੁਸੀਂ ਬੁਢਾਪੇ ਦੇ ਵਿੱਚ ਉਹਨਾਂ ਦਾ ਬੁਢਾਪਾ ਰੋਲੀ ਜਾਂਦੇ ਹੋ। ਮੈਨੂੰ ਸਮਝ ਨਹੀਂ ਆਉਂਦੀ, ਮੈਨੂੰ ਹਾਲੇ ਤੱਕ ਇਸ ਗੱਲ ਦੀ ਸਮਝ ਨਹੀਂ ਆਉਂਦੀ ਆਪਣੇ ਆਪ ਨੂੰ ਵੀ ਸਾਡਾ ਕਲਚਰ ਕੀ ਆ। ਵਾਟ ਇਜ਼ ਦਾ ਕਲਚਰ? ਕਲਚਰ ਉਹ ਸੀ ਜਿੱਥੇ ਮਾਪੇ ਜਿਹੜੇ ਆ ਉਹ ਸਤਜੁਗੀ ਮਾਪੇ ਸੀਗੇ, ਉਹ ਜਿੰਨਾ ਕੁ ਸੀਗਾ ਓਨਾ ਕੁ ਖਵਾ ਕੇ ਬੱਚਿਆਂ ਦਾ ਪੇਟ ਭਰਦੇ ਸੀ, ਉਹ ਜਿਹੇ ਜਿਹੜੇ ਪਾਲੇ ਹੋਏ ਸਤਜੁਗੀ ਸੀਗੇ। ਹੁਣ ਤਾਂ ਦੌੜ ਲੱਗੀ ਹੋਈ ਆ, ਮਾਂ 2-2 ਸ਼ਿਫਟਾਂ ਮਾਂ ਕੰਮ ਕਰ ਰਹੀ ਆ, 3-3 ਸ਼ਿਫਟਾਂ ਕਰ ਰਹੇ ਨੇ, 3-3 ਕੰਮ ਨੇ ਉਹਨਾਂ ਦੇ ਕੋਲ। ਫੋਰ ਵਾਟ? ਹੁਣ ਜਿੱਦਣ ਦੇ ਲੋਕਡਾਊਨ ਹੋਏ ਆ, ਤੁਸੀਂ ਮੈਨੂੰ ਇਹ ਦੱਸੋ, what is matter? Your life is matter। ਬਿਲਕੁਲ, ਜਿਹੜਾ ਪੈਸਾ ਮੈਟਰ ਨਹੀਂ ਆ। ਜੇ ਤੁਹਾਡੇ ਕੋਲ ਥੋੜਾ ਜਿਹਾ ਘੱਟ ਵੀ ਆ, it's okay if you're sleeping without taking a sleeping pill, that is good। yes। ਦੂਜੀ ਗੱਲ, ਤੁਹਾਡੇ ਬੱਚਿਆਂ ਨੇ ਚਾਹੇ 10 ਹੀ ਪੜ੍ਹੀਆਂ ਨੇ ਜਾਂ 12, if you are sleeping at night without even worrying about them, that means you are the best parent। ਸਮਝ ਗਏ? ਜੇ ਹੁਣ ਤੁਹਾਡਾ ਬੱਚਾ ਡਾਕਟਰ ਬਣ ਗਿਆ, ਇੰਜੀਨੀਅਰ ਬਣ ਗਿਆ, ਪਰ ਰਾਤ ਨੂੰ ਉਹਨੇ ਖਰੂਦ ਪਾਉਣਾ, ਪੀ ਕੇ ਸ਼ਰਾਬ ਪਤਾ ਨਹੀਂ ਕਿੱਥੇ ਪਿਆ ਰਹਿਣਾ, that means you did something very wrong। right? ਜਿਹੜੀਆਂ ਪਰਸਨੈਲਿਟੀਜ਼ ਨੇ, ਜਿਹੜਾ ਤੁਹਾਡਾ ਆਕੂਪੇਸ਼ਨ ਆ, ਉਹ 2 ਡਿਫਰੈਂਟ ਚੀਜ਼ ਆ। ਯੂ ਕੈਨ ਨਾਟ ਪੁੱਟ ਲਾਈਕ ਸਾਡਾ ਬੱਚਾ, ਚਾਹੇ ਸਾਡੀ ਲੜਕੀ ਆ, ਉਹ ਉਹਨਾਂ ਨੇ MBA ਕੀਤਾ, ਉਹ ਡਾਕਟਰ ਨੇ, ਉਹ ਕੀ ਨੇ, ਪਰ ਜਿਹੜੀ ਉਹਨਾਂ ਦੀ ਜਿਹੜੀ ਪਰਸਨੈਲਿਟੀ ਆ, ਕਈ ਹੁਣ ਇੰਨਾ ਉਹਨਾਂ ਦੇ ਵਿੱਚ ਐਂਜ਼ਾਈਟੀ ਆ, ਉਹ ਆਪ ਗੱਲ ਨਹੀਂ ਕਰ ਸਕਦੇ। ਲੋਅਰ ਬਣੇ ਹੋਏ ਆ, ਦੇ ਜਸਟ ਟਾਕ ਲਾਈਕ ਦੇ ਡੋਂਟ ਨੋ ਇਵਨ ਹਾਊ ਟੂ ਟਾਕ। ਜੀ ਰੂਪੀ, ਇੱਕ ਸਵਾਲ ਹੈ ਮੇਰੇ ਜ਼ਹਿਨ ਦੇ ਵਿੱਚ, ਤੇ ਸਾਡੇ ਇੱਕ ਆਫ ਏਅਰ ਕਾਲਰ ਵੀ ਆਏ ਸਨ, ਉਹਨਾਂ ਨੇ ਵੀ ਉਹਦੇ ਨਾਲ ਹੀ ਰਿਲੇਟਡ ਕੁਝ ਸਵਾਲ ਪੁੱਛਿਆ, ਉਹ ਔਨ ਏਅਰ ਨਹੀਂ ਜਾਣਾ ਚਾਹੁੰਦੇ ਸੀ। ਉਹ ਕਹਿੰਦੇ ਕਈ ਹਾਲਾਤਾਂ ਦੇ ਵਿੱਚ ਕੀ ਹੁੰਦਾ ਹੈ ਕਿ ਹਸਬੈਂਡ ਵਾਈਫ, ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਇਕੱਠੇ ਰਹਿ ਰਹੇ ਨੇ, ਲੇਕਿਨ ਕੋਈ ਰੀਜ਼ਨ ਨਹੀਂ ਹੁੰਦਾ ਕਈ ਵਾਰੀ, ਲੇਕਿਨ ਉਹ ਇੱਕ ਦੂਸਰੇ ਨੂੰ ਦੇ ਸਟਾਰਟ ਹੇਟਿੰਗ ਈਚ ਅਦਰ। ਕਹਿੰਦੇ ਇਸ ਤਰ੍ਹਾਂ ਕਿਉਂ ਹੁੰਦਾ ਹੈ, ਤੇ ਜੇ ਇਸ ਤਰ੍ਹਾਂ ਦੀ ਸਿਚੁਏਸ਼ਨ ਕਿਸੇ ਕਪਲ ਦੇ ਵਿੱਚ ਆ ਗਈ ਹੈ ਤਾਂ ਕੀ ਟਿਪਸ ਨੇ ਕਿ ਉਸ ਚੀਜ਼ ਤੋਂ ਬਚਿਆ ਜਾ ਸਕੇ, ਤਾਂ ਕਿ ਉਹ ਜਿਹੜਾ ਇੱਕ ਗੈਪ ਆ ਗਿਆ ਉਹ ਫਿਲ ਵੀ ਹੋ ਜਾਏ ਤੇ ਆਪਸ ਦੇ ਵਿੱਚ ਦੁਬਾਰਾ ਜਿਹੜੀ ਉਹ ਕਹਿੰਦੇ ਹੁੰਦੇ ਨਾ ਸੁਲਹ ਸਫਾਈ ਹੋ ਜਾਏ? ਦੇਖੋ, ਇਹ ਜਿਹੜਾ ਇਹਨਾਂ ਨੇ ਕੁਐਸਚਨ ਕੀਤਾ ਨਾ, ਇਹ ਬਹੁਤ ਜ਼ਿਆਦਾ ਮੇਰੀ ਪ੍ਰੈਕਟਿਸ ਦੇ ਵਿੱਚ ਮੇਰੇ ਕੋਲ ਆਉਂਦਾ। 10 ਸਾਲ ਹੋ ਗਏ ਹਸਬੈਂਡ ਵਾਈਫ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ, ਦੇ ਸਲੀਪਿੰਗ in a different bedrooms। ਗੱਲ ਇਹ ਨਹੀਂ ਹੈਗੀ ਕਿ ਤੁਹਾਡੀ ਕੋਈ ਲੜਾਈ ਨਹੀਂ ਹੁੰਦੀ ਜੀ, ਲੜਾਈ ਤਾਂ ਮੂੰਹ ਨਾਲ ਹੋਣੀ ਆ ਨਾ। ਇਟਸ ਅਬਾਊਟ ਹਾਊ ਡੂ ਯੂ ਥਿੰਕ ਅਬਾਊਟ ਈਚ ਅਦਰ। ਯੈਸ, ਤੁਹਾਡੀ ਜਿਹੜੀ ਇਨਸਾਈਡ ਮਾਈਂਡ ਦੇ ਵਿੱਚ ਜੋ ਗੱਲਾਂ ਚੱਲ ਰਹੀਆਂ ਨੇ, ਦੇ ਟਰੈਵਲ ਫਾਸਟਰ ਦੈਨ ਯੂ ਟਾਕ। ਜਦੋਂ ਇਹ ਟੈਲੀਪੈਥੀ, ਯੂ ਅੰਡਰਸਟੈਂਡ ਟੈਲੀਪੈਥੀ? ਜੀ ਜੀ ਜੀ। ਹਾਂ, ਇਹ ਇੱਕ ਮਨੁੱਖੀ ਜਿਹੜੀ ਆ, ਇਹ ਇੱਕ ਸਿਕਸ ਸੈਂਸ ਆ ਜਿਹਦੇ ਨਾਲ ਅਸੀਂ ਪੈਦਾ ਹੋਏ ਆ। ਤੇ ਇਹ ਹੁੰਦਾ ਵੀ ਜਿਹੜੀਆਂ ਤੁਹਾਡੀ ਥਾਟਸ ਨੇ ਉਹ ਟਰੈਵਲ ਕਰਦੀਆਂ ਨੇ ਫਾਸਟਰ। ਐਕਸੈਪਟੈਂਸ ਹੈ ਨਹੀਂ ਇੱਕ ਦੂਜੇ ਦੀ, ਇੱਕ ਦੂਜੇ ਦੀਆਂ ਗਲਤੀਆਂ ਤੇ ਫੋਕਸ ਆ, ਇੱਕ ਦੂਜੇ ਤੇ ਪੋਜ਼ਿਟਿਵਿਟੀ ਤੇ ਫੋਕਸ ਨਹੀਂ ਹੈ ਜੀ। ਜੇ ਅੱਜ ਕੋਈ ਇਨਸਾਨ, ਜਿਹੜੇ 2 ਹਸਬੈਂਡ ਵਾਈਫ ਨੇ, ਉਹ ਇੱਕ ਇਹ ਸੋਚਣ ਲੱਗ ਜਾਵੇ, ਸ਼ੀ ਇਜ਼ ਵੈਰੀ ਨਾਈਸ, ਸ਼ੀ ਇਜ਼ ਰੀਅਲੀ ਗੁੱਡ, she take care of me, I love her so much, ਆਪਣੇ ਦਿਮਾਗ 'ਚ ਉਹਨੂੰ ਕਹਿਣ ਦੀ ਤਾਂ ਲੋੜ ਹੀ ਨਹੀਂ। ਤੁਸੀਂ ਜਿਹੜੀ ਨੈਗੇਟਿਵਿਟੀ ਆ ਉਹਨੂੰ ਤੁਸੀਂ ਆਪਣੇ ਦਿਮਾਗ ਦੇ ਵਿੱਚੋਂ ਕੱਢ ਕੇ ਉਹਦੇ ਪ੍ਰਤੀ ਕੁਛ ਪੋਜ਼ਿਟਿਵ ਪਾਉਣਾ ਸ਼ੁਰੂ ਕਰੋ। ਮੈਂ ਤੁਹਾਨੂੰ ਗਰੰਟੀ ਦਿੰਦੀ ਆ ਕਿ ਤੁਸੀਂ 7 ਦਿਨਾਂ ਦੇ ਵਿੱਚ you will see the difference। Really? It only take one person to break this। ਪਰ ਹੁੰਦਾ ਕੀ, ਸਾਈਕਲ ਚੱਲ ਰਿਹਾ, ਦੋਨੇ ਸਾਈਕਲ ਘੁਮਾ ਰਹੇ ਨੇ, ਉਹ ਵੀ ਘੁਮਾ ਰਿਹਾ ਉਹਦੇ ਲਈ, and he is doing it for her। ਸੋ ਇਹ ਇੱਕ ਅਨਫੋਰਚੂਨੇਟ ਸਿਚੁਏਸ਼ਨ ਆ ਜਿੱਥੇ ਤੁਸੀਂ ਇੱਕ ਦੂਜੇ ਨੂੰ ਇੰਨਾ ਡਿਸਕਰੇਜ ਕਰਦੇ ਹੋ ਕਿ ਤੁਸੀਂ ਇੱਕ ਥਾਂ ਦੇ ਉੱਤੇ ਰਹਿੰਦੇ ਜ਼ਰੂਰ ਹੋ, ਬਟ ਯੂ ਆਰ ਰੀਅਲੀ ਸਟ੍ਰੇਂਜਰ ਫॉर ਈਚ ਅਦਰ। ਇਹ ਬਹੁਤ ਕਾਮਨ ਹੈ ਆਪਣੇ ਕਲਚਰ ਦੇ ਵਿੱਚ, ਬਹੁਤ ਕੁਛ ਹੋ ਰਿਹਾ ਜੀ। ਕਿਉਂਕਿ ਹੋਰ ਕਿਸੇ ਕਲਚਰ ਦਾ ਮੈਨੂੰ ਪਤਾ ਨਹੀਂ, ਕਿਉਂਕਿ ਆਈ ਓਨਲੀ ਕਾਉਂਸਲ ਵਿਦ ਆਵਰ ਪੀਪਲ ਜੀ। ਗੋਰਿਆਂ ਨਾਲ ਹੁੰਦੀ ਆ, ਹੋਰ ਕਿਵੇਂ ਦੀ ਹੁੰਦੀ ਆ, ਰਾਈਟ? ਬਟ ਜਿਹੜੇ ਆਪਣੇ ਕਲਚਰ ਦੀਆਂ ਜਿਹੜੀਆਂ ਹੈਗੀਆਂ ਫੈਮਿਲੀ ਇਸ਼ੂਜ਼ ਨੇ, ਹਸਬੈਂਡ ਵਾਈਫ ਦੇ ਇਸ਼ੂ ਨੇ, ਬੱਚਿਆਂ ਦੇ ਇਸ਼ੂ ਨੇ, ਟਿਪਿਕਲੀ ਸੇਮ ਵੇ।
ਸੋ ਰੂਪੀ ਬੱਚੇ ਵੀ ਤਾਂ ਦੇਖ ਰਹੇ ਨੇ ਨਾ, ਜਿੱਦਾਂ ਤੁਸੀਂ ਗੱਲ ਕੀਤਾ ਕਿ ਤੁਹਾਡੇ ਬਹੁਤ ਸਾਰੇ ਕਲਾਇੰਟ ਨੇ 10-10 ਸਾਲ ਹੋ ਗਏ ਇਕੱਠੇ ਰਹਿ ਰਹੇ ਨੇ, ਆਪਸ 'ਚ ਕੋਈ ਕਨਵਰਸੇਸ਼ਨ ਹੈ ਨਹੀਂ, ਇੱਕ ਦੂਜੇ ਨੂੰ ਅੰਦਰੋਂ ਅੰਦਰੀ ਹੇਟ ਕਰੀ ਜਾਂਦੇ ਨੇ, ਤੇ ਬੱਚੇ ਵੀ ਤਾਂ ਉਹ ਸਾਰਾ ਕੁਝ ਦੇਖ ਰਹੇ ਨੇ, ਉਹਨਾਂ ਦਾ ਫਿਰ ਮੈਂਟਲ ਲੈਵਲ ਕੀ ਹੈ ਉਸ ਟਾਈਮ? ਬਿਲਕੁਲ ਬਿਲਕੁਲ ਬਹੁਤ ਬਹੁਤ ਖਰਾਬ, ਬਹੁਤ ਖਰਾਬ। ਬੱਚੇ ਇਹ ਆ ਨਾ ਵੀ ਜਿਹੜੇ ਪੇਰੈਂਟਸ ਨੇ, ਪੇਰੈਂਟਸ ਵੀ ਆਪਦੇ ਬੱਚਿਆਂ ਨੂੰ ਲੈ ਕੇ ਪੋਜੈਸਿਵ ਇਸ ਕਰ ਇਹ ਨੇ ਕਿ ਸਾਡੇ ਬੱਚੇ 'ਚ ਤਾਂ ਕੋਈ ਗਲਤੀ ਨਹੀਂ ਹੈਗੀ। ਦੇਖੋ ਜਦੋਂ ਵੀ ਮੈਰਿਜ ਦੇ ਵਿੱਚ ਕੁਛ ਵੀ ਕੌਨਫਲਿਕਟ ਹੁੰਦਾ, ਇਟ ਆਲਵੇਜ਼ ਟੇਕ ਟੂ ਪੀਪਲ ਜੀ। ਤੁਸੀਂ ਕਦੇ ਵੀ ਇੱਕ ਬੰਦੇ ਦੀ ਗਲਤੀ ਨਹੀਂ ਕੱਢ ਸਕਦੇ ਵੀ ਇਹ ਬੰਦਾ ਖਰਾਬ ਆ ਜਾਂ ਔਰਤ ਨਹੀਂ ਠੀਕ ਹੈਗੀ। ਇਟ ਆਲਵੇਜ਼ ਟੇਕ ਟੂ ਪੀਪਲ ਟੂ ਹੈਵ ਅ ਪ੍ਰੋਬਲਮ। ਇੱਕ ਚੰਗਾ ਜਿਹੜਾ ਬੰਦਾ ਹੁੰਦਾ ਆ, ਇੱਕ ਇਨਸਾਨ ਜਿਹੜਾ ਚੰਗਾ, ਉਹ ਫੇਰ ਵੀ ਧੂਕੜੀਸ ਕਰਕੇ ਉਸ ਚੀਜ਼ ਨੂੰ ਲੈਵਲ ਤੇ ਲੈ ਆਉਂਦਾ। ਜਦੋਂ ਦੋਨੇ ਹੀ ਨਹੀਂ ਹੈਗੇ ਲੈਵਲ ਦੇ ਉੱਤੇ, ਉੱਥੇ ਫਿਰ ਗੱਡੀ ਕਿਵੇਂ ਚੱਲੂਗੀ? ਚਾਹੀਦਾ ਤਾਂ ਹੈਗਾ 2 ਪਹੀਏ ਇੱਕੋ ਜਿਹੇ, ਸਾਡੇ ਦਾ 1 ਪਹੀਆ ਤਾਂ ਫਲੈਟ ਹੀ ਹੋਇਆ ਰਹਿੰਦਾ ਆ ਜੀ, ਢੀਚਕ ਮਾਰ ਚੱਲਦੀ ਆ। ਫਿਰ ਮੇਰੀਆਂ ਗੱਲਾਂ ਸੁਣਨੀਆਂ ਲੋਕਾਂ ਨੂੰ ਔਖਾ ਹੋ ਜਾਂਦੀਆਂ, ਪਰ ਦਿਸ ਇਜ਼ ਦ ਰਿਐਲਿਟੀ। ਦ ਰਿਐਲਿਟੀ ਇਜ਼ ਜੇ ਤੁਹਾਡੇ ਦੋਨੇ ਪਹੀਏ ਜਿਹੜੇ ਆ ਉਹ ਚੰਗਾ, ਉਹਦੇ ਵਿੱਚ ਏਅਰ ਪ੍ਰੈਸ਼ਰ ਆ, ਤੇ ਦੋਨੇ ਇੱਕੋ ਜਿਹੇ ਲੈਵਲ ਤੇ ਚੱਲ ਰਹੇ ਆ, ਤਾਂ ਗੱਡੀ ਚੱਲੂਗੀ ਹੀ, ਧੱਕਾ ਤਾਂ ਨਹੀਂ ਲਗਾਉਣਾ ਪਊਗਾ ਜੀ। ਜੇ ਹੁਣ ਉਹਦੇ ਵਿੱਚ ਇੱਕ ਜਾਣੇ ਨੇ ਕੰਟਰੀਬਿਊਸ਼ਨ ਘੱਟ ਕੀਤਾ, ਦੂਜੇ ਨੇ ਕੀਤਾ, ਕੰਟਰੀਬਿਊਸ਼ਨ ਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਵੀ ਮੈਂ ਕੰਮ ਕਰਦਾ ਭੈਣ ਜੀ, ਮੈਂ ਤਾਂ 8 ਦਿਨ ਕੰਮ ਕਰਦਾ, ਦੈਟਸ ਰੀਅਲੀ ਬੈਡ। ਉਹ ਕਹਿ ਦੂਗੀ ਵੀ ਮੈਂ ਵੀ 7 ਦਿਨ ਕੰਮ ਕਰਦੀ ਆ, okay, then maybe this is the problem because you're working too much. Time ਹੀ ਹੈ ਨਹੀਂ ਇੱਕ ਦੂਜੇ ਲਈ, right? So ਫਿਰ ਇੱਕ ਦੂਜੇ ਨੂੰ ਤੁਸੀਂ blame ਕਰਦੇ ਹੋ, that means maybe you need to cut down something. ਜਿਹੜਾ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਰਿਸ਼ਤੇ ਪਿੱਛੇ ਹੋ ਗਏ, ਜਿਹੜੇ ਮਨੀ ਆ ਤੇ ਵੱਡੇ ਘਰ ਨੇ, ਕਾਰਾਂ ਨੇ, ਕੰਪੀਟੀਸ਼ਨਸ ਨੇ, ਉਹ ਮੂਹਰੇ ਹੋ ਗਏ। ਜਦੋਂ ਰਿਸ਼ਤੇ ਪਿੱਛੇ ਹੋ ਗਏ, ਉਹਦੇ ਵਿੱਚ ਬੱਚੇ ਵੀ ਆ ਗਏ, ਉਹਦੇ ਵਿੱਚ ਸਪਾਊਸਸ ਵੀ ਆ ਗਏ। ਉਹ ਫਿਰ ਜਦੋਂ ਉੱਥੇ ਤੁਹਾਡੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ, ਦੈਨ ਯੂ ਈਜ਼ੀ ਐਕਸੈਸ ਇਹ ਹੁੰਦਾ ਕਿ ਮੈਰਿਜ ਤੋਂ ਬਾਹਰ ਤੁਸੀਂ ਐਕਸਟਰਾ ਮੈਰਿਟਲ ਕੋਈ ਵੀ ਰਿਲੇਸ਼ਨਸ਼ਿਪ ਰੱਖਦੇ ਹੋ, ਉੱਥੇ ਕਮਿਟਮੈਂਟ ਇਹ ਨਹੀਂ ਹੈਗੀ ਵੀ ਤੂੰ ਮੈਨੂੰ ਐਂ ਕਿਹਾ ਸੀ, ਕਿਉਂਕਿ ਉੱਥੇ ਓਦਾਂ ਦੀ ਗੱਲ ਨਹੀਂ ਹੁੰਦੀ, ਉੱਥੇ ਕਮਿਟਮੈਂਟ ਹੀ ਨਹੀਂ ਹੁੰਦੀ ਨਾ। ਉੱਥੇ ਨਹੀਂ, ਉੱਥੇ ਕਮਿਟਮੈਂਟ ਹੁੰਦੀ ਆ, ਉੱਥੇ ਕਮਿਟਮੈਂਟ ਹੋਰ ਤਰੀਕੇ ਦੀ ਕਮਿਟਮੈਂਟ ਹੁੰਦੀ ਆ, ਉੱਥੇ ਚੋਰੀ ਦੀ ਕਮਿਟਮੈਂਟ ਹੁੰਦੀ ਆ, ਉੱਥੇ ਉਹਨੂੰ ਉਸ ਚੀਜ਼ ਨੂੰ ਰੱਖਿਆ ਜਾਂਦਾ। ਉੱਥੇ ਬੰਦੇ ਨੂੰ ਜਾਂ ਔਰਤ ਨੂੰ ਇਹ ਲੱਗਦਾ ਆ ਵੀ ਯਾ ਦਿਸ ਇਜ਼ ਬੈਟਰ ਦੈਨ ਮਾਈ ਮੈਰਿਜ, ਬਟ ਅਸਲ ਦੇ ਵਿੱਚ ਦੈਟ ਇਜ਼ ਦ ਵਰਸਟ ਸਟੈਪ ਯੂ ਟੁਕ ਇਟ, ਬਿਕਾਜ਼ ਤੁਹਾਨੂੰ ਪਤਾ ਹੀ ਨਹੀਂਗਾ ਵੀ ਅਸੀਂ ਕਿਵੇਂ ਰਿਪੇਅਰ ਕਰਨਾ ਆਪਣੇ ਰਿਸ਼ਤੇ ਨੂੰ। ਮੈਨੂੰ ਇਹ ਦੱਸੋ ਵੀ ਫਿਰ ਤੁਹਾਡੀ ਐਡਵਾਈਸ ਕੀ ਹੈ ਪੇਰੈਂਟਸ ਕਪਲਸ ਵਾਸਤੇ ਬੇਸਿਕਲੀ? ਦੇਖੋ ਸਾਡੇ ਕਲਚਰ ਦੇ ਵਿੱਚ ਇਹ ਬਿਲਕੁਲ ਵਿਸ਼ਵਾਸ ਕੀਤਾ ਜਾਂਦਾ ਕਿ ਜਿਹੜੇ ਕਾਉਂਸਲਰ ਹੁੰਦੇ ਆ ਉਹ ਤੁਹਾਡੇ ਘਰ ਬਰਬਾਦ ਕਰ ਦਿੰਦੇ ਆ। ਅੱਛਾ, ਇਹ ਬਹੁਤ ਜ਼ਿਆਦਾ ਵਹਿਮ ਆ ਲੋਕਾਂ ਦੇ ਦਿਮਾਗ ਦੇ ਵਿੱਚ। ਅਸਲ ਦੇ ਵਿੱਚ ਜੇ ਅੱਗੇ ਦੇਖਿਆ ਜਾਵੇ, ਪੁਰਾਣੇ ਜ਼ਮਾਨੇ ਦੇ ਵਿੱਚ ਆਪਣੇ ਕੋਲ ਵਿਚੋਲੇ ਹੁੰਦੇ ਸੀਗੇ, ਉਹ ਕਾਉਂਸਲਰ ਵਾਂਗੂ ਆਉਂਦੇ ਹੁੰਦੇ ਸੀ। ਬਿਲਕੁਲ। ਸੋ ਹੁਣ ਇੱਥੇ ਵਿਚੋਲਾ ਕੋਈ ਨਹੀਂ ਹੁੰਦਾ। You need somebody neutral to come and listen to you and then give you some idea what you can do. If you really wanted to have a healthy relationship and the better raising your children. ਜੇ ਤੁਹਾਡੇ ਵਿੱਚ ਮੈਰਿਜ ਤੋਂ ਬਾਅਦ ਕੌਨਫਲਿਕਟ ਹੈ, I will not advise to go have a baby right away. Okay. Think about it and talk to somebody and get the help and then try to start the family. ਤੇ ਰੂਪੀ ਜੇ ਇਹ ਤਾਂ ਗੱਲ ਤੁਸੀਂ ਕੀਤੀ ਵੀ ਉਦੋਂ ਤੁਸੀਂ ਫੈਮਿਲੀ ਸਟਾਰਟ ਕਰੋ ਜਦੋਂ ਤੁਹਾਡਾ ਕੌਨਫਲਿਕਟ ਖਤਮ ਹੋ ਜੇ, ਪਰ ਉਸ ਹਾਲਾਤ 'ਚ ਕੀ ਜਦੋਂ ਆਲਰੇਡੀ ਬੇਬੀਜ਼ ਹੈਗੇ, ਉਦੋਂ ਵੀ ਤੁਸੀਂ ਹੈਲਪ ਤਾਂ ਲੈ ਸਕਦੇ ਹੋ ਵੀ ਅਸੀਂ ਕੀ ਕਰੀਏ। ਪਹਿਲੀ ਗੱਲ, ਜਿਹੜੇ ਸਮਝਦਾਰ ਮਾਪੇ ਹੁੰਦੇ ਆ ਨਾ, ਜੇ ਤੁਸੀਂ ਲੜਨਾ ਹੀ ਆ, ਤੁਸੀਂ ਇੱਕ ਦੂਜੇ ਦੇਖੋ ਮਾੜੀ ਮੋਟੀ ਆਰਗੂਮੈਂਟ ਹੋਣੀ ਓਕੇ ਆ, ਪਰ ਇੱਕ ਦੂਜੇ ਨੂੰ ਮੇਣੇ ਦੇਣੇ, ਕਲਾਸਿਸ ਦੇ ਵਿੱਚ ਸਕੈਲਟਨ ਕੱਢ ਕੇ ਲਿਆਉਣੇ 20 ਸਾਲ 10 ਸਾਲ ਪਹਿਲਾਂ, ਉਹ ਜਿਹੜੀਆਂ ਗੱਲਾਂ ਨੇ ਉਹ ਸਕੈਲਟਨ ਨੇ, ਰਾਈਟ? ਯੂ ਡੋਂਟ ਨੀਡ ਦੋਜ਼ ਕਾਈਂਡ ਆਫ ਥਿੰਗਸ ਟੂ ਪੁੱਟ ਈਚ ਅਦਰ ਡਾਊਨ। ਜਿਹੜੀ ਗੱਲ ਹੋਈ ਹੁੰਦੀ ਆ ਉਸ ਟੌਪਿਕ ਤੇ ਰਹਿ ਕੇ ਉਨੀ ਕੁ
ਆਰਗੂਮੈਂਟ ਜਿਹੜੀ ਆ ਉੱਥੇ ਤੱਕ ਸੀਮਤ ਹੁੰਦੀ ਆ ਜਿਹਨੂੰ ਦੁਬਾਰਾ ਫਿਰ ਕੋਈ ਵੀ ਗੱਲ ਸ਼ੁਰੂ ਕਰਨੀ ਸੌਖੀ ਹੁੰਦੀ ਹੈ। ਜਦੋਂ ਤੁਸੀਂ ਬਹੁਤ ਲੰਬੀਆਂ ਗੱਲਾਂ ਲੈ ਜਾਂਦੇ ਹੋ, ਪੁਰਾਣੀਆਂ ਗੱਲਾਂ ਨੇ, ਉਹਦੇ ਨਾਲ ਗੁੱਸੇ ਵੀ ਵੱਧਦੇ ਆ, ਉਹਦੇ ਨਾਲ ਫਿਰ ਟਾਈਮ ਵੀ ਵੱਧ ਜਾਂਦਾ ਆ, ਕਿੰਨੇ ਦਿਨ ਤੁਸੀਂ ਨਹੀਂ ਬੋਲਦੇ ਆਪਸ ਵਿੱਚ, which is not right ਜੀ। ਸੋ ਮੈਚੁਰਿਟੀ ਇਹ ਆ ਕਿ ਰਿਸਪੌਂਸਿਬਿਲਿਟੀ ਲੈ ਕੇ ਇੱਕ ਦੂਜੇ ਨੂੰ ਸੌਰੀ ਕਹਿਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਹੈਗੀ। ਇਹਦੇ ਵਿੱਚ ਇਹ ਹੁੰਦਾ ਵੀ ਹਸਬੈਂਡ ਵਾਈਫ ਇੱਕ ਦੂਜੇ ਨਾਲ ਕਿਹਦੀ ਜਿੱਤ ਆ ਕਿਹਦੀ ਹਾਰ ਆ ਕੋਈ ਨਹੀਂ, but at the same time you are giving a better understanding to your children what the relationship is ਜੀ। ਜੇ ਤੁਸੀਂ ਨਹੀਂ ਇਹ ਕਰ ਸਕਦੇ, that means you are really failing to be a partner of each other and then failing to be the parent ਜੀ। ਸੋ ਇਹ ਇੱਕ ਬਹੁਤ ਮੰਦਭਾਗੀ ਜੀ ਗੱਲ ਹੈ ਜੇ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ just the sake of your children। ਓਕੇ, ਤੁਸੀਂ ਕਹਿ ਰਹੇ ਹੋ ਬਈ ਅਸੀਂ ਬੱਚਿਆਂ ਦੇ ਕਰਕੇ ਅਸੀਂ ਇਕੱਠੇ ਰਹਿ ਰਹੇ ਹਾਂ, so then for the sake of your children why can't you try to repair your relationship, then they will learn something better from you ਜੀ, right? ਸੋ ਇਹੀ ਆ ਮੇਰਾ ਕਹਿਣ ਦਾ ਵੀ ਜੇ ਹੈ ਤੁਹਾਡੇ ਦੋਹਾਂ ਦੇ ਵਿੱਚ ਕੋਈ ਵੀ ਐਸੀ ਚੀਜ਼ ਜਿਹੜੀ you think you need to repair this relationship, then you need to ask for help। ਅੱਛਾ ਰੂਪੀ, ਇੱਕ ਸਵਾਲ ਮੇਰੇ ਕੋਲ ਆਇਆ ਮੈਸੇਜ ਰਾਹੀਂ, ਉਹ ਕਹਿੰਦੇ ਵੀ ਆਪਣੇ ਸਪਾਊਸ ਨੂੰ ਅਸੀਂ ਮੈਂ ਕਿਵੇਂ ਦੱਸ ਸਕਦਾ ਜਾਂ ਦੱਸ ਸਕਦੀ ਹਾਂ ਕਿ ਮੈਂ ਨਿਗਲੈਕਟਡ ਫੀਲ ਕਰ ਰਿਹਾ। Communication, there is nothing to worry about, you are only saying okay। ਜਦੋਂ ਤੁਸੀਂ ਗੱਲ ਕਰਨੀ ਆ, ਗੱਲ ਇਹ ਨਹੀਂ ਕਰਨਾ ਵੀ you are ignoring me, put yourself first, say I feel I am not getting the attention from you। So je tu kehna you are not giving attention to me, you are blaming her, but when you are saying I feel I am not getting attention from you, you're talking about yourself ji, then you will see the result। It's the way you talk to each other that makes the big difference। ਤੇ ਰੂਪੀ, ਇੱਕ ਆਖਰੀ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ। ਆਪਾਂ ਗੱਲ ਕਰ ਰਹੇ ਸੀ, ਆਪਾਂ ਸ਼ੁਰੂ ਗੱਲ ਕੀਤੀ ਸੀ ਬੱਚਿਆਂ ਤੋਂ, ਹੈ ਨਾ। ਬਹੁਤ ਸਾਰੇ ਪੇਰੈਂਟਸ ਇਹ ਵੀ ਕਹਿੰਦੇ ਅਸੀਂ ਬੰਦ ਦਰਵਾਜ਼ੇ ਦੇ ਪਿੱਛੇ ਲੜ ਲੈਂਦੇ ਹਾਂ, ਪਰ ਇਹ ਤਾਂ ਹੈ ਨਹੀਂ ਕਿ ਜੇ ਬੰਦ ਦਰਵਾਜ਼ੇ ਦੇ ਪਿੱਛੇ ਉਹ ਲੜਾਈ ਕਰ ਰਹੇ ਨੇ, ਉਹ ਆਵਾਜ਼ ਜਾਂ ਉਹ ਜਿਹੜਾ ਜੈਸਚਰ ਹੈ ਉਹ ਬੱਚਿਆਂ ਤੱਕ ਪਹੁੰਚ ਨਹੀਂ ਰਿਹਾ। ਸੋ ਬੱਚਿਆਂ ਦੀ ਜੇ ਗੱਲ ਕਰੀਏ, ਉਹ ਇਸ ਸਾਰੀ ਚੀਜ਼ ਨੂੰ ਫਿਰ ਕਿਸ ਤਰ੍ਹਾਂ ਐਬਜ਼ੌਰਬ ਕਰਦੇ ਨੇ? ਮੈਂ ਪਹਿਲਾਂ ਹੀ ਕਿਹਾ ਤੁਹਾਨੂੰ ਵੀ ਸੈਂਸ ਕਰਦੇ ਆ ਉਹ, ਜਦੋਂ ਤੁਸੀਂ ਓਕੇ ਜਾਂ ਤਾਂ ਹੋਵੇ ਨਾ ਵੀ ਤੁਸੀਂ ਲੜਾਈ ਕਰ ਲਈ ਬੰਦ ਦਰਵਾਜ਼ੇ ਦੇ ਪਿੱਛੇ, ਨਾ ਤੁਹਾਡੀ ਕੋਈ ਆਵਾਜ਼ ਬਾਹਰ ਨਿਕਲੀ ਹੈ, ਨਾ ਤੁਹਾਡਾ ਕੋਈ ਐਟੀਟਿਊਡ ਬਾਹਰ ਨਿਕਲਿਆ। ਜਿਹੜਾ ਐਟੀਟਿਊਡ ਨਾਲ ਤੁਸੀਂ ਬਾਹਰ ਨਿਕਲਦੇ ਦੇ ਨੋ ਆਲਰੇਡੀ। ਦੂਜੀ ਗੱਲ, ਤੁਹਾਡੇ ਬੱਚਿਆਂ ਨੂੰ ਤੁਹਾਡੀ ਟੋਨ ਆਫ ਵੌਇਸ ਤੋਂ ਪਤਾ ਲੱਗ ਜਾਂਦਾ ਹੈ ਵੀ ਅੱਜ ਘਰ ਦੇ ਵਿੱਚ ਕੀ ਹੋਇਆ ਜੀ। ਦੈਟਸ ਹਾਊ ਮਚ ਦੇ ਨੋ। ਸੋ ਯੂ ਵਿਲ ਬੀ ਸੋ ਸਰਪ੍ਰਾਈਜ਼ਡ ਕਿ ਬੱਚਿਆਂ ਨੂੰ ਕਿਵੇਂ ਪਤਾ ਲੱਗਦਾ। ਤੁਹਾਨੂੰ ਮੈਂ ਅੱਗੇ ਵੀ ਕਿਹਾ, ਤੁਸੀਂ ਕੁਛ ਵੀ ਨਾ ਬੋਲੋ ਤਾਂ ਤੁਹਾਡੀਆਂ ਜਿਹੜੀਆਂ ਵਾਈਬਸ ਨੇ ਉਹ ਬੱਚਿਆਂ ਤੱਕ ਪਹੁੰਚ ਜਾਂਦੀਆਂ ਜੀ। ਸੋ ਲੜਾਈ ਹੋਈ ਨਾ ਕਰੋ। ਜੇ ਲੜਨਾ ਹੀ ਆ ਘਰ ਤੋਂ ਬਾਹਰ ਚਲ ਜਾਓ, ਤੇ ਮੁੜ ਕੇ ਜਦੋਂ ਘਰ ਤੋਂ ਅੰਦਰ ਆਉਣਾ ਦੈਨ ਬੀ ਨੋਰਮਲ। ਦੈਟ ਇਜ਼ ਦ ਮੈਚੁਰਿਟੀ ਜੀ। ਹੁਣ ਕੀ ਮੈਚੁਰਿਟੀ ਦੀ ਉਮਰ ਕੀ ਹੈ ਹੁਣ ਮੈਨੂੰ ਨਹੀਂ ਪਤਾ। ਉਮਰ ਦਾ ਤਾਂ ਕੋਈ ਆਪਾਂ ਦੱਸ ਨਹੀਂ ਸਕਦੇ ਜਾਂ ਕਿ ਉਮਰ ਕੀ ਹੈਗੀ ਹੈ। ਯੈਸ, ਯਾ। ਸੋ ਇਹ ਆ ਉਮਰ, ਇਹ ਆ ਜਦੋਂ ਤੁਸੀਂ ਹਾਜ਼ਮਾ ਆ ਜਿੰਨਾ ਕੁ ਤੁਸੀਂ ਕਿਸੇ ਦੀ ਗੱਲ ਦੇਖੋ। ਆਪਾਂ ਜਦੋਂ ਕਹਿ ਦਿੰਦੇ ਹਾਂ ਅਸੀਂ ਕੰਮਾਂ ਤੇ ਵੀ ਅਸੀਂ ਆਹੀ ਕੁਛ ਕਰਦੇ ਹਾਂ, ਘਸਮਾਣ ਪਾਉਂਦੇ ਹਾਂ ਜੀ। ਜਦੋਂ ਤੁਸੀਂ ਘਰ ਦੇ ਵਿੱਚ ਤੁਹਾਡੇ ਰਿਲੇਸ਼ਨਸ਼ਿਪ ਏਦਾਂ, ਤੁਸੀਂ ਕੰਮਾਂ ਤੇ ਵੀ ਇਹੀ ਕੁਛ ਕਰਦੇ ਹੋ। ਉਹੀ ਵਾਈਬਸ ਤੁਸੀਂ ਨਾਲ ਲੈ ਕੇ ਜਾਂਦੇ ਹੋ। ਯਾ, ਬਿਕੋਜ਼ ਤੁਹਾਡੇ ਕੌਨਫਲਿਕਟ ਉੱਥੇ ਵੀ ਚੱਲਦੇ ਆ ਆਪਣੇ ਕੋਵਰਕਰਾਂ ਨਾਲ, ਉੱਥੇ ਵੀ ਲੜਾਈਆਂ ਹੁੰਦੀਆਂ ਨੇ ਜੀ। ਤੇ ਇਹ ਚੀਜ਼ ਆ, ਇਹ ਜ਼ਰੂਰੀ ਹੈ, ਕੋਇਨਸੀਡੈਂਟ ਨਹੀਂ ਹੁੰਦਾ ਹੈਗਾ ਵੀ ਮੇਰੇ ਘਰ 'ਚ ਵੀ ਏਦਾਂ ਹੁੰਦਾ, ਮੇਰੇ ਉੱਥੇ ਵੀ ਏਦਾਂ ਹੁੰਦਾ ਆ। ਸੋ ਯੂ ਨੀਡ ਟੂ ਰੀਅਲੀ ਥਿੰਕ ਅਬਾਊਟ ਇਟ। ਵੀ ਘਰ 'ਚ ਹੋਇਆ ਤਾਂ ਵਾਈਫ ਦੀ ਗਲਤੀ ਆ, ਜੇ ਕੰਮ ਤੇ ਹੋਇਆ ਤਾਂ ਮੇਰੇ ਕੋਵਰਕਰਾਂ ਦੀ ਗਲਤੀ ਆ। ਸੋ ਵੇਅਰ ਆਰ ਯੂ ਸਟੈਂਡਿੰਗ ਜੀ, ਰਾਈਟ? ਸੋ ਦੋ ਪਲੇਸਿਸ ਦੇ ਵਿੱਚ ਪ੍ਰੋਬਲਮ ਹੋ ਰਹੀ ਹੈ ਬਿਕੋਜ਼ ਆਫ ਵਨ ਪਰਸਨ, ਸੋ ਦੈਟ ਪਰਸਨ ਨੀਡ ਟੂ ਟੇਕ ਕੇਅਰ ਆਫ ਇਟ ਜੀ ਜੀ। ਸੋ ਇਹ ਹੈਗੇ ਆ ਵੀ self-responsibility is the biggest thing missing in any relationship. It's very easy to point out to your partner, but it's very, very hard
to take responsibility ਵੀ ਮੇਰੀ ਇਹ ਗਲਤੀ ਆ, ਮੈਂ 100% ਇਹ responsibility ਲੈਂਦਾ ਜਾਂ ਲੈਂਦੀ ਆ। ਸੋ ਆਪ ਸਟੈਪ ਫਾਰਵਰਡ ਕਰਨਾ ਪੈਣਾ ਤੁਹਾਨੂੰ, ਇਹ ਨਹੀਂ ਸੋਚਣਾ ਵੀ ਦੂਜਾ ਬੰਦਾ ਕੁਝ ਕਰੂਗਾ ਮੇਰੇ ਲਈ। No, you need to do it. ਸੋ ਜਿੰਨੀ ਦੇਰ ਤੱਕ ਤੁਸੀਂ ਇਹ ਰਿਸਪੌਂਸਿਬਿਲਿਟੀ ਨਹੀਂ ਲੈਂਦੇ ਹੈਗੇ ਉਨੀ ਦੇਰ ਤੱਕ ਗੱਲ ਜਿਹੜੀ ਆ ਉੱਥੇ ਦੀ ਉੱਥੇ ਰਹਿਣੀ ਆ ਜੀ। So both need to take responsibility to be a better parent for your children. ਜੀ ਰੂਪੀ, ਗੱਲਾਂ ਤਾਂ ਜਿੰਨੀਆਂ ਮਰਜ਼ੀ ਆਪਾਂ ਇਸ ਟੌਪਿਕ ਤੇ ਕਰ ਲਈਏ ਰੂਪੀ, ਮੈਨੂੰ ਪਤਾ ਤੁਹਾਡੇ ਖਜ਼ਾਨੇ ਦੇ ਵਿੱਚ ਵੀ ਹਰ ਸਵਾਲ ਦਾ ਜਵਾਬ ਹੈਗਾ। ਫਿਰ ਆਪਾਂ ਕਿਸੇ ਦਿਨ ਰੋਸ਼ਨੀ ਪ੍ਰੋਗਰਾਮ ਦੇ ਵਿੱਚ ਇਸੇ ਟੌਪਿਕ ਨੂੰ ਅੱਗੇ ਲੈ ਕੇ ਜਾਵਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਇਸ ਟਾਈਮ ਸ਼ਾਮਲ ਹੋਣ ਵਾਸਤੇ। Sure, thank you very much. Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.ca.